एड्डी वड्डी मुसीबत तो बचण लई ਉਹਦੇ 'ਚ ਕੀ ਨੁਕਸਾਨ ਕੀ ਹੁੰਦਾ ਹੈ? ਤੁਹਾਡਾ ਸਾਰਾ ਸਮਾਨ ਜ਼ਬਤ ਹੋਏਗਾ ਉੱਥੇ, ਜੋ ਵੀ ਤੁਸੀਂ ਨਾਲੇ ਏਜੰਟ ਨੇ, ਤੇ ਮੇਰੇ ਕੋਲ $625 ਲੈ ਦੇਖੋ ਬਜ਼ੁਰਗ ਆਦਮੀ ਦਾ $1300 ਭਰਾਵਾਂ ਨੂੰ ਇੰਡੀਆ 'ਚ ਭੇਜੇ। ਹੁਣ ਉਸ ਕੇਸ ਕੀ ਹੋਇਆ? ਰਸਤਾ ਹੈ ਪੱਕਾ ਇੱਟ ਵਰਗਾ ਪੱਕਾ ਹੈ। ਜੇ ਤੁਸੀਂ ਉਹਦੇ 'ਚ ਕੋਈ ਬੇਈਮਾਨੀ ਕਰਦੇ ਹੋ, ਕੋਈ ਗਲਤੀ ਕਰਦੇ ਹੋ ਜਾਂ ਸਾਹਮਣੇ ਵਾਲਾ ਕਰਦਾ ਹੈ, ਤੇ ਦਫਾ 340 'ਚ ਅਸੀਂ ਉਹਦੇ ਖਿਲਾਫ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਫੋਕਸ ਸ਼ੋ ਤੇ ਮੈਂ ਮਨਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਸਾਡੇ ਸ਼ੋ ਦੇ ਵਿੱਚ ਅਸੀਂ ਖਾਸ ਜਿਹੜੀ ਡਿਸਕਸ਼ਨ ਹੈ ਪਿਛਲੀ ਵਾਰ ਵੀ ਕੀਤੀ ਸੀ, ਅੱਜ ਫਿਰ ਤੋਂ ਡਿਸਕਸ ਕਰਾਂਗੇ। ਫੋਕਸ ਲੋ ਦੇ ਵਿੱਚ ਬਹੁਤ ਸਾਰੇ ਮੁੱਦੇ ਸੀ ਜਿਨ੍ਹਾਂ ਦੇ ਉੱਤੇ ਪਿਛਲੇ ਸ਼ੋ ਦੇ ਵਿੱਚ ਗੱਲਬਾਤ ਕੀਤੀ ਸੀ। ਸੋ ਇੱਕ ਵਾਰ ਫਿਰ ਤੋਂ ਮੇਰੇ ਨਾਲ ਸਾਥ ਦੇਣਗੇ ਸੁਨੀਲ ਮੱਲਨ ਜੀ। ਫਿਰ ਤੋਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਦਰਸ਼ਕਾਂ ਦਾ ਵੀ ਸਤਿ ਸ਼੍ਰੀ ਅਕਾਲ ਜੀ। ਪਿਛਲੇ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ OCI ਕਾਰਡਸ ਬਾਰੇ, ਗੱਲਬਾਤ ਕੀਤੀ ਸੀ ਵਿਆਹ ਸ਼ਾਦੀ ਬਾਰੇ। ਤੁਹਾਡੇ ਮਨ 'ਚ ਬਹੁਤ ਸਾਰੇ ਸਵਾਲ ਹੋਣਗੇ, ਕੁਐਰੀਜ਼ ਵੀ ਬਹੁਤ ਸਾਰੀਆਂ ਤੁਸੀਂ ਕਰਦੇ ਵੀ ਰਹੋਗੇ। ਆਪਣਾ ਕੋਈ ਵੀ ਸਵਾਲ ਡਿਸਕਸ ਕਰ ਸਕਦੇ ਹੋ। ਤੇ ਹੁਣ ਅਗਲਾ ਸਾਡਾ ਚਰਚਾ ਦਾ ਵਿਸ਼ਾ ਰਹੇਗਾ, ਉਹ ਰਹੇਗਾ ਇੱਕ ਤਾਂ 2 ਨੰਬਰ ਦੀ ਜ਼ਮੀਨ ਦੇ ਵਿਵਾਦ। ਜ਼ਮੀਨੀ ਕਿਸੇ ਵੀ ਪ੍ਰਕਾਰ ਦਾ ਵਿਵਾਦ ਹੈ NRI ਵੀਰਾਂ ਵਾਸਤੇ, NRI ਭੈਣਾਂ ਵਾਸਤੇ, ਉਹ ਕਿਸ ਤਰੀਕੇ ਨਾਲ ਹੱਲ ਲੱਭ ਸਕਦੇ ਆ। ਐਂਡ ਜਿਹੜਾ ਦੂਜਾ ਸਾਡੀ ਚਰਚਾ ਦਾ ਮੇਨ ਵਿਸ਼ਾ ਰਹੇਗਾ, ਉਹ ਵਿਸ਼ਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਕ੍ਰਿਮੀਨਲ, ਤੁਹਾਡੇ ਉੱਤੇ ਕੋਈ ਐਕਸ਼ਨ ਆਉਂਦਾ ਹੈ, ਕਿਸੇ ਤਰੀਕੇ ਨਾਲ ਤੁਸੀਂ ਕਿਸੇ ਕ੍ਰਾਈਮ 'ਚ ਫਸ ਜਾਂਦੇ ਹੋ, ਚਾਹੇ ਤੁਸੀਂ ਮੌਜੂਦਾ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੈਗੇ, ਮੌਜੂਦਾ ਟਾਈਮ 'ਚ ਤੁਸੀਂ ਬਾਹਰ ਹੈਗੇ ਹੋ, ਲੇਕਿਨ ਤੁਹਾਡੇ ਉੱਤੇ ਕਿਸੇ ਤਰੀਕੇ ਦਾ ਕੋਈ ਐਕਸ਼ਨ ਆਉਂਦਾ ਹੈ ਜਿਹਦਾ ਕਿ ਭਵਿੱਖ ਦੇ ਵਿੱਚ ਤੁਹਾਡਾ ਕਿਤੇ ਨਾਮ ਆਉਂਦਾ ਹੈ, ਭਵਿੱਖ 'ਚ ਜਿਹਦਾ ਕੋਈ ਨੁਕਸਾਨ ਹੋ ਸਕਦਾ ਹੈ। ਸੋ ਕਿਸ ਤਰੀਕੇ ਦੇ ਨਾਲ ਤੁਸੀਂ ਉਸ ਤੋਂ ਬਚ ਸਕਦੇ ਹੋ, ਜਾਂ ਫਿਰ ਕਿਹੜੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਉਸ ਪ੍ਰੋਬਲਮ 'ਚੋਂ ਬਾਹਰ ਕੱਢ ਸਕਦੀਆਂ ਨੇ। ਸੋ ਬਿਲਕੁਲ ਜਿੱਦਾਂ ਕ੍ਰਿਮੀਨਲ ਦੀ ਮੈਂ ਗੱਲ ਕੀਤੀ ਹੈ, ਸੋ ਕੀ ਮੰਨਣਾ ਹੈ, ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇਸ ਮੁੱਦੇ ਨੂੰ? ਮੈਂ ਥੋੜਾ ਜਿਹਾ ਹੋਰ ਇਸ ਸਵਾਲ ਨੂੰ ਵੱਡਾ ਕਰ ਲਵਾਂਗਾ। ਇੰਡੀਆ ਵਿੱਚ ਜਾਂ ਵਰਲਡ ਵਾਈਡ ਹੀ 2 ਤਰ੍ਹਾਂ ਦੇ ਮੇਨ ਕੇਸ ਨੇ, ਇੱਕ ਹੁੰਦਾ ਸਿਵਲ ਕੇਸ, ਇੱਕ ਹੁੰਦਾ ਕ੍ਰਿਮੀਨਲ ਕੇਸ। ਸਿਵਲ ਕੇਸ ਨੂੰ ਆਪਾਂ ਪੰਜਾਬੀ 'ਚ ਕਹਿੰਦੇ ਦੀਵਾਨੀ ਮੁਕੱਦਮਾ। ਦੀਵਾਨੀ ਮਤਲਬ ਕੋਈ ਪੈਸੇ ਦਾ ਲੈਣ ਦੇਣ ਦਾ ਝਗੜਾ ਹੈ, ਕੋਈ ਪ੍ਰਾਪਰਟੀ ਦਾ ਲੈਣ ਦੇਣ ਦਾ ਝਗੜਾ ਹੈ, ਕੋਈ ਡੈਕਲੇਰੇਸ਼ਨ ਸੂਟ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਦੀਵਾਨੀ ਨੇ, ਔਰ ਜਿਹਦੇ 'ਚ ਸਿਰਫ 2 ਪਾਰਟੀਆਂ ਆਪਸ ਜਾਂ 4 ਪਾਰਟੀਆਂ ਜਾਂ 20 ਪਾਰਟੀਆਂ ਆਪਸ 'ਚ ਲੜਦੀਆਂ ਕਿਸੇ ਇੱਕ ਪਰਟੀਕੂਲਰ ਕੰਮ ਵਾਸਤੇ ਕਿ ਮੈਨੂੰ ਇਹਦਾ ਹੱਕ ਦੇ ਦਿੱਤਾ ਜਾਵੇ। ਦੂਜਾ ਮੁਕੱਦਮਾ ਹੁੰਦਾ ਕ੍ਰਿਮੀਨਲ ਮੁਕੱਦਮਾ। ਕ੍ਰਿਮੀਨਲ ਮੁਕੱਦਮਾ ਜਨਰਲੀ ਉਹ ਸਟੇਟ ਵਰਸਸ ਜਿਹੜਾ ਵੀ ਬੰਦੇ ਦਾ ਨਾਂ ਹੈ, ਜਿਹਦੇ ਵਿੱਚ ਐਕਸੀਡੈਂਟ ਹੋ ਜਾਏ ਉਹਦੇ ਵਾਸਤੇ ਹੋ ਜਾਂਦਾ ਹੈ। ਕੋਈ ਵਿਆਹ ਸ਼ਾਦੀ ਵਿੱਚ ਜਿਹੜਾ ਲੜਕੀ ਵੱਲੋਂ ਦਾਜ ਦਹੇਜ ਦਾ ਮੁਕੱਦਮਾ ਕੀਤਾ ਜਾਂਦਾ ਹੈ, ਉਹਦਾ ਨਾਂ ਲਿੱਤਾ ਜਾ ਸਕਦਾ ਹੈ, ਜਾਂ ਕਿਸੇ ਕਿਸਮ ਦਾ ਵੀ ਕੋਈ ਵੀ ਕੇਸ ਪੈ ਸਕਦਾ ਹੈ। ਈਵਨ ਰੇਪ ਕੇਸਿਸ ਵੀ ਕ੍ਰਿਮੀਨਲ ਕੇਸ ਹੁੰਦੇ ਨੇ, ਜਿਹਦੇ ਵਿੱਚ ਤੁਹਾਡੇ ਤੇ FIR ਦਰਜ ਹੁੰਦੀ ਹੈ। ਜੇ FIR ਦਰਜ ਨਹੀਂ ਹੁੰਦੀ ਤੇ ਕਿਸੇ ਵੇਲੇ ਮੇਰੇ ਵਰਗਾ ਵਕੀਲ ਕੋਰਟ 'ਚ ਤੁਹਾਡੇ ਵੱਲੋਂ ਐਪਲੀਕੇਸ਼ਨ ਲਾ ਕੇ ਕੰਪਲੇਂਟ ਕੇਸ ਉਹਨੂੰ ਕਹਿੰਦੇ ਨੇ, ਕੰਪਲੇਂਟ ਕੇਸ ਜਿਵੇਂ ਚੈੱਕ ਬਾਉਂਸਿੰਗ ਦਾ ਕੇਸ, ਉਹ ਵੀ ਇੱਕ ਕੰਪਲੇਂਟ ਕੇਸ ਹੈ, ਉਹ ਵੀ ਇੱਕ ਕ੍ਰਿਮੀਨਲ ਕੇਸ ਹੈ। ਸੋ ਇਸ ਤਰ੍ਹਾਂ ਦੇ ਪਹਿਲਾਂ ਦੇ ਕੇਸ ਨੂੰ ਸਮਝੋ 2 ਤਰੀਕੇ ਦਾ ਕੇਸ ਹੋ ਗਿਆ, ਇੱਕ ਦੀਵਾਨੀ ਮੁਕੱਦਮਾ, ਇੱਕ ਫੌਜਦਾਰੀ ਮੁਕੱਦਮਾ ਪੰਜਾਬੀ 'ਚ ਕਹਿੰਦੇ ਆ, ਇੰਗਲਿਸ਼ 'ਚ ਅਸੀਂ ਕਹਿੰਦੇ ਆ ਸਿਵਲ ਮੁਕੱਦਮਾ ਤੇ ਕ੍ਰਿਮੀਨਲ ਮੁਕੱਦਮਾ। ਜੇ ਆਪਣਾ ਸਿਵਲ ਮੁਕੱਦਮਾ ਹੈ ਫਿਰ ਤੇ ਉਹਦਾ ਬੜਾ ਆਸਾਨ ਤਰੀਕਾ ਹੈ। ਉਹਦਾ ਆਸਾਨ ਤਰੀਕਾ ਕੀ ਹੈ ਕਿ ਮੰਨ ਲਓ ਤੁਹਾਡੇ ਪਾਪਾ ਫੋਰਨ 'ਚ ਰਹਿੰਦੇ ਜਾਂ ਤੁਸੀਂ ਫੋਰਨ 'ਚ ਰਹਿੰਦੇ ਹੋ, ਤੇ ਤੁਸੀਂ ਉੱਥੋਂ ਆਪਣੇ ਪਾਪਾ ਦੇ ਨਾਂ ਦੀ ਪਾਵਰ ਅਟਾਰਨੀ ਬਣਾ ਕੇ ਭੇਜ ਦਿਓ। ਪਾਵਰ ਅਟਾਰਨੀ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਸਪੈਸ਼ਲ ਪਾਵਰ ਅਟਾਰਨੀ, ਇੱਕ ਹੁੰਦੀ ਹੈ ਜਨਰਲ ਪਾਵਰ ਅਟਾਰਨੀ। ਸਪੈਸ਼ਲ ਪਾਵਰ ਅਟਾਰਨੀ 2 ਮੁੱਦਿਆਂ ਦਾ ਧਿਆਨ ਰੱਖੀਦਾ ਕਿ ਕਿਸੇ ਸਪੈਸੀਫਿਕ ਪਰਪਸ ਵਾਸਤੇ ਦਿੱਤੀ ਜਾਂਦੀ ਹੈ, ਕਿ ਤੁਸੀਂ ਲਿਖੋਗੇ ਕਿ ਮੈਂ ਮਨਦੀਪ ਕੌਰ ਡਾਟਰ ਆਫ ਸੋ ਐਂਡ ਸੋ ਵਾਸੀ ਹਾਲ ਵਾਸੀ, ਜੋ ਇੰਗਲਿਸ਼ 'ਚ ਲਿਖਾਂਗੇ ਸੋ ਐਂਡ ਸੋ, ਆਇਡੈਂਟੀ ਪ੍ਰੂਫ ਨੰਬਰ ਸੋ ਐਂਡ ਸੋ, ਆਪਣੇ ਪਿਤਾ ਜੀ ਸ਼੍ਰੀ ਸੋ ਐਂਡ ਸੋ ਸਨ ਆਫ ਸੋ ਐਂਡ ਸੋ, ਉਹਨਾਂ ਦਾ ID ਪ੍ਰੂਫ ਸੋ ਐਂਡ ਸੋ ਨੂੰ, ਮੇਰਾ ਜਿਹੜਾ ਭਾਰਤ 'ਚ ਕੇਸ ਨੰਬਰ ਸੋ ਐਂਡ ਸੋ ਅਦਾਲਤ ਸੋ ਐਂਡ ਸੋ ਵਿੱਚ ਚੱਲ ਰਿਹਾ ਹੈ, ਉਹਦੇ ਵਾਸਤੇ ਇਹ ਥਰੜੀਆਂ ਸ਼ਰਤਾਂ 'ਚ ਹੱਕ ਹਦੂਦ ਦਿੰਦੀਆਂ ਨੇ। ਇਹਨੂੰ ਕਹਿੰਦੇ ਆਪਾਂ ਸਪੈਸੀਫਿਕ ਪਾਵਰ ਅਟਾਰਨੀ। ਅਗਲੀ ਐਗਜ਼ਾਮਪਲ ਦਿੰਦਾ, ਮੈਂ ਸੁਨੀਲ ਮੱਲਨ ਪੁੱਤਰ ਸ਼੍ਰੀ ਠਾਕਰ ਦਾਸ ਆਪਣੀ ਵਾਈਫ ਹੇਮਾ ਮੱਲਨ ਨੂੰ ਆਪਣੀ ਪ੍ਰਾਪਰਟੀ ਬੇਰਿੰਗ ਨੰਬਰ 3493 ਗਲੀ ਨੰਬਰ 3 ਸੋ ਐਂਡ ਸੋ ਸਪੈਸੀਫਿਕ ਕਰ ਦਿੰਦਾ, ਮੈਂ ਆਪਣੀ ਪ੍ਰਾਪਰਟੀ ਜਾਂ ਆਪਣੇ ਮੁੱਦੇ ਨੂੰ। ਜਦੋਂ ਮੈਂ ਉਹ ਪਾਵਰ ਅਟਾਰਨੀ ਦਿੰਦਾ ਔਰ ਉਹਦੇ ਵਿੱਚ ਹੱਕ ਹਦੂਦ ਵੀ ਫਿਕਸ ਕਰਦਾ, ਉਹਨੂੰ ਅਸੀਂ ਸਪੈਸੀਫਿਕ ਪਾਵਰ ਅਟਾਰਨੀ ਕਹਿੰਦੇ ਆ। ਜਨਰਲ ਪਾਵਰ ਅਟਾਰਨੀ ਇਹ ਕਹਿੰਦੇ ਆ ਕਿ ਤੁਸੀਂ ਮੇਰੀ ਸਿਸਟਰ ਹੋ ਤੇ ਮੈਂ ਸ਼ਰੇਆਮ ਲਿਖਤਾ ਕਿ ਹਾਂਜੀ ਮਨਦੀਪ ਕੌਰ ਮੇਰੀ ਭੈਣ ਹੈ, ਤੇ ਇਹਨੂੰ ਮੈਂ ਸਾਰੇ ਹੱਕ ਹਦੂਦ ਦਿੱਤੇ, ਲਵੇ ਵੇਚੇ ਖੇਡੇ ਮੱਲੇ ਕੇਸ ਲੜੇ ਜੋ ਮਰਜ਼ੀ ਕਰੇ, तो इन जनरल ही देती कि मेरे अपने सारे हक दूध मैं अपनी सिस्टर ਨੂੰ ਜਾਂ ਆਪਣੇ। ਔਰ ਇਹ ਗੱਲ ਮੈਂ ਤੁਹਾਨੂੰ ਪੱਕੀ ਦੱਸਦੇ ਹਾਂ ਕਿ
ਪਿੱਛੇ 7 ਸਾਲ ਪਹਿਲਾਂ ਲਾਅ 'ਚ ਅਮੈਂਡਮੈਂਟ ਆਈ ਸੀ। ਪਹਿਲਾਂ ਜਨਰਲ ਪਾਵਰ ਅਟਾਰਨੀ ਅਸੀਂ ਬਿਨਾਂ ਬਲੱਡ ਰਿਲੇਸ਼ਨ ਤੋਂ ਵੀ ਦੇ ਦਿੰਦੇ ਸੀ, ਪਰ ਹੁਣ ਜਿਹੜੀ ਜਨਰਲ ਪਾਵਰ ਅਟਾਰਨੀ ਆ ਉਹ ਤੁਸੀਂ ਸਿਰਫ ਤੇ ਸਿਰਫ ਆਪਣੇ ਬਲੱਡ ਰਿਲੇਸ਼ਨ, ਉਹ ਵੀ ਫਸਟ ਬਲੱਡ ਨੂੰ ਦੇ ਸਕਦੇ ਹੋ। ਮੈਂ ਆਪਣੇ ਮਾਮੇ ਦੇ ਮੁੰਡੇ ਨੂੰ ਨਹੀਂ ਦੇ ਸਕਦਾ, ਮਾਸੀ ਦੀ ਕੁੜੀ ਨੂੰ ਨਹੀਂ ਦੇ ਸਕਦਾ, ਚਾਚੇ ਦੇ ਮੁੰਡੇ ਨੂੰ ਨਹੀਂ ਦੇ ਸਕਦਾ। ਤਾਂ ਜਨਰਲ ਪਾਵਰ ਅਟਾਰਨੀ ਤੁਸੀਂ ਸਿਰਫ ਆਪਣੇ ਕਲੋਜ਼ ਬਲੱਡ ਰਿਲੇਸ਼ਨ 'ਚ ਦੇ ਸਕਦੇ ਹੋ। ਜੇ ਵੀ ਤੁਸੀਂ ਪਾਵਰ ਅਟਾਰਨੀ ਦੇਣੀ ਹੈ ਉਹਦੇ ਵਿੱਚ ਤੁਸੀਂ ਉਹਦਾ ਪਰਪਸ, ਉਹਦਾ ਹਰ ਚੀਜ਼ ਡਿਫਾਈਨ ਕਰਨਾ ਹੈ। ਹਾਂ, ਤੁਸੀਂ ਫੋਰਨ ਬੈਠੇ ਹੋ ਤੇ ਤੁਹਾਨੂੰ ਥੋੜੀ ਜਿਹੀ ਜ਼ਿਆਦਾ ਛੂਟ ਵੀ ਮਿਲ ਜਾਂਦੀ ਹੈ, ਉਹਦੇ ਵਾਸਤੇ ਅਲੱਗ ਲਾਅ ਹੈ। ਅਸੀਂ ਅਗਲੇ ਪ੍ਰੋਗਰਾਮ ਜਦੋਂ ਆਪਾਂ ਜਨਰਲ ਪਾਵਰ ਅਟਾਰਨੀ, ਸਪੈਸ਼ਲ ਪਾਵਰ ਅਟਾਰਨੀ ਤੇ ਕਰਾਂਗੇ, ਉਹਦੇ ਵਿੱਚ ਸਪੈਸ਼ਲ ਡਿਸਕਸ ਕਰਾਂਗੇ। ਫਿਰ ਮੈਂ ਵਾਪਸ ਆ ਗਿਆ ਮੁੱਦਿਆਂ ਤੇ। ਸਿਵਲ ਮੁਕੱਦਮਾ, ਕ੍ਰਿਮੀਨਲ ਮੁਕੱਦਮਾ। ਸਿਵਲ ਮੁਕੱਦਮੇ ਵਿੱਚ ਦੀਵਾਨੀ ਮੁਕੱਦਮਾ ਹੈ, ਉਹਦੇ ਵਿੱਚ ਤੁਸੀਂ ਪ੍ਰਾਪਰਟੀ ਡਿਸਪਿਊਟ ਜਾਂ ਕਿਸੇ ਤਰ੍ਹਾਂ ਦੀ ਡੈਕਲੇਰੇਸ਼ਨ, ਕਿਸੇ ਦਾ ਟ੍ਰਾਂਜੈਕਸ਼ਨ ਜਾਂ ਕੋਈ ਕੰਜ਼ਿਊਮਰ ਦਾ ਕੇਸ ਕਰ ਲੜਨਾ ਹੈ, ਉਹਦੇ ਵਾਸਤੇ ਤੁਸੀਂ ਆਪਣੇ ਕਿਸੇ ਭੈਣ ਭਰਾ ਨੂੰ, ਸੱਜਣ ਨੂੰ, ਮਿੱਤਰ ਨੂੰ ਅਥਾਰਟੀ ਦੇ ਸਕਦੇ ਹੋ, ਵਕੀਲ ਸਾਹਿਬ ਨੂੰ ਅਥਾਰਟੀ ਦੇ ਸਕਦੇ ਹੋ। ਹੁਣ ਇਹੋ ਜਿਹੇ ਕੇਸਾਂ 'ਚ ਮੈਂ ਕੀ ਕਰਦਾ, ਮੇਰਾ ਥੋੜਾ ਜਿਹਾ ਡਿਫਰੈਂਟ ਤਰੀਕਾ ਹੈ। ਮੈਂ ਸਭ ਤੋਂ ਪਹਿਲਾਂ ਤੇ ਤੁਸੀਂ ਮੰਨ ਲਓ ਫੋਰਨ 'ਚ ਬੈਠੇ ਹੋ, ਮੈਂ ਇੰਡੀਆ 'ਚ ਬੈਠਾ, ਤੁਸੀਂ ਮੈਨੂੰ ਵਕੀਲ ਅਪਾਇੰਟ ਕਰ ਲਿਆ, ਮੈਂ ਤੁਹਾਡੀ ਕੋਲ ਸਾਰੀ ਉਹ ਇਵੈਂਟ ਚਾਰਟ ਬਣਾ ਲਿਆ, ਗੱਲਾਂ ਸੁਣਨੀਆਂ, ਸਮਝ ਲੀਆਂ, ਫਿਰ ਮੈਂ ਤੁਹਾਡੇ ਲਈ ਮੇਰੀ ਟੀਮ ਕੇਸ ਡਰਾਫਟ ਕਰਦੀ ਹੈ। ਸੋ ਮੇਰੀ ਪਹਿਲੀ ਮੇਲ ਤੁਹਾਨੂੰ ਆਉਂਦੀ ਹੈ ਕਿ ਮੈਡਮ ਪਲੀਜ਼ ਫਾਈਂਡ ਐਂਡ ਕਲੋਜ਼ ਦਾ ਫਸਟ ਰਫ ਡਰਾਫਟ ਆਫ ਯੂਰ ਕੰਪਲੇਂਟ, ਕਾਈਂਡਲੀ ਰੀਡ, ਅਮੈਂਡ ਐਂਡ ਰਿਪਲਾਈ। ਮੈਂ ਤੁਹਾਨੂੰ ਦੇਣਾ ਕਿ ਤੁਹਾਡੀਆਂ ਗੱਲਾਂ ਮੈਂ ਲਿਖੀਆਂ, ਕਿਉਂਕਿ ਤੁਹਾਡੀ ਹੱਡ ਬੀਤੀ ਤੁਹਾਨੂੰ ਯਾਦ ਹੈ, ਮੈਨੂੰ ਪੂਰੀ ਤਰ੍ਹਾਂ ਇੱਕ ਵਾਰੀ ਸੁਣ ਕੇ ਯਾਦ ਨਹੀਂ ਹੋਣੀ। ਸੋ ਮੇਰੀ ਫਸਟ ਰਫ ਡਰਾਫਟ ਤੁਹਾਡੇ ਕੋਲ ਆਉਂਦਾ, ਮੇਰੇ ਕਲਾਇੰਟ ਕੋਲ ਜਾਂਦਾ, ਉਹਨੂੰ ਠੀਕ ਕਰਕੇ ਵਾਪਸ ਭੇਜਦੇ ਨੇ। ਫਿਰ ਅਸੀਂ ਉਸ ਤੋਂ ਬਾਅਦ ਅਗਲੀ ਕਰੈਕਸ਼ਨ ਕਰਦੇ ਹਾਂ, ਫਿਰ ਫਾਈਨਲ ਡਰਾਫਟ ਤੁਹਾਡੇ ਕੋਲ ਪਹੁੰਚਦਾ। ਉਹਦੇ ਵਿੱਚ ਫਿਰ ਅਸੀਂ ਤੁਹਾਨੂੰ ਈਮੇਲ ਆਈਡੀ ਗਾਈਡ ਕਰਦੇ ਹਾਂ ਤੇ ਉਹਦੇ ਮੁਤਾਬਕ ਉਹ ਕੋਰਟ 'ਚ ਫਾਈਲ ਹੁੰਦਾ। ਪਲੱਸ ਜਦੋਂ ਮਾਹੌਲ ਨਾਰਮਲ ਸੀ ਉਦੋਂ ਮੈਂ ਤੁਹਾਨੂੰ ਇਹ ਮਤਲਬ ਆਪਣੇ ਕਲਾਇੰਟ ਨੂੰ ਇਹ ਗਾਈਡ ਕਰਦਾ ਕਿ ਇਹਦਾ ਪ੍ਰੋਪਰ ਪ੍ਰਿੰਟ ਕੱਢ, ਓਰੀਜਨਲ ਸਾਈਨ ਕਰ ਤੇ ਮੇਰੇ ਐਡਰੈਸ ਤੇ ਸਿੱਧਾ ਭੇਜ। ਕਿਸੇ ਵੇਲੇ ਸਾਨੂੰ ਐਮਰਜੈਂਸੀ ਹੁੰਦੀ ਹੈ ਤੇ ਕੋਰਟ 'ਚ ਅਸੀਂ ਇਹ ਪਹਿਲਾਂ ਵੀ ਕੇਸ ਲਾ ਲੈਂਦੇ ਹਾਂ, ਔਰ ਕਿਸੇ ਵੇਲੇ ਜਦੋਂ ਸਾਨੂੰ ਤੁਹਾਡੇ ਕੋਲੋਂ ਪੇਪਰਸ ਆ ਜਾਂਦੇ ਨੇ ਸਾਰੇ, ਤਾਂ 99% ਮੈਂ ਆਪਣੇ ਦਰਸ਼ਕ ਜਿਹੜੇ ਵੀ ਮੇਰੇ ਕਲਾਇੰਟ ਨੇ ਫੋਰਨ ਬੈਠੇ, ਉਹਨਾਂ ਕੋਲੋਂ ਮੈਂ ਹਾਰਡ ਕਾਪੀ ਇੱਕ ਮੰਗਾ ਲੈਂਦਾ ਤਾਂ ਕਿ ਕੱਲ ਨੂੰ ਕੋਰਟ 'ਚ ਸਾਨੂੰ ਦਿੱਕਤ ਨਾ ਹੋਵੇ। ਤਾਂ ਸਿਵਲ ਕੇਸ ਤੁਸੀਂ ਆਪਣਾ ਕੋਈ ਵੀ ਨੁਮਾਇੰਦਾ ਰੱਖ ਕੇ ਉਹਨੂੰ ਲੜ ਸਕਦੇ ਹੋ, ਨੰਬਰ 1। ਹੁਣ ਨੰਬਰ 2 ਆ ਗਏ ਕ੍ਰਿਮੀਨਲ ਕੇਸ। ਕ੍ਰਿਮੀਨਲ ਕੇਸ ਵਿੱਚ ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ ਕਿ ਜਿਹੜਾ ਮੁਲਜ਼ਮ ਹੈ, ਜਿਹਦੇ ਖਿਲਾਫ ਉਹ ਕੇਸ ਹੈ, ਉਹ 1 ਹੈ, 2 ਹੈ, 4 ਹੈ, ਉਹਨਾਂ ਨੂੰ ਖੁਦ ਪ੍ਰੈਜ਼ੈਂਟ ਹੋਣਾ ਪੈਂਦਾ ਹੈ। ਉਸ ਕੇਸ ਵਿੱਚ ਮੇਰੀ ਇੱਕ ਪਰਸਨਲ ਰਾਏ ਹੁੰਦੀ ਹੈ ਕਿ ਕੋਈ ਸਿਆਣਾ ਵਕੀਲ ਅਪਾਇੰਟ ਕਰੋ, ਆਪਣੀ ਪਾਵਰ ਅਟਾਰਨੀ ਉਹਨਾਂ ਨੂੰ ਭੇਜੋ ਤੇ ਤੁਹਾਡੇ ਬਿਹਾਫ ਤੇ ਉਹ ਪੂਰੀ ਗੱਲ ਲਿਖ ਕੇ ਕਿ ਇਸ ਵੇਲੇ ਬੰਦਾ ਕੈਨੇਡਾ, ਅਮਰੀਕਾ ਜਿੱਥੇ ਵੀ ਬੈਠਾ ਹੈ, ਤੇ ਘੱਟੋ ਘੱਟ ਉਹਦੀ ਜ਼ਮਾਨਤ ਲਈ ਜਾਵੇ। ਔਰ ਜ਼ਮਾਨਤ ਵਿੱਚ ਸਪੈਸ਼ਲ ਕੰਡੀਸ਼ਨਾਂ ਪਾਈਆਂ ਜਾਣ, ਕਿਉਂਕਿ ਤੁਸੀਂ ਫੋਰਨ ਬੈਠੇ ਹੋ। ਇਹ ਨਾ ਹੋਵੇ ਕਿ ਜਿਹੜਾ ਕੰਪਲੇਨੈਂਟ ਹੈ, ਜੇ ਉਹਦਾ ਮੰਨ ਲਓ ਮੈਂ ਵਕੀਲ ਹੋਵਾਂ ਤੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਹੁੰਦਾ ਕੀ ਮੈਡਮ, ਇੱਕ ਇੱਥੇ ਵੀ ਮੈਂ ਦਰਸ਼ਕਾਂ ਨੂੰ ਬੜੀ ਇੱਕ ਕੰਮ ਦੀ ਗੱਲ ਸਮਝਾਉਣਾ ਚਾਹੁੰਦਾ। ਜੀ। ਮੈਂ ਰਹਿੰਦਾ 40 ਸੈਕਟਰ ਚੰਡੀਗੜ੍ਹ, ਮੰਨ ਲਓ ਤੁਸੀਂ ਰਹਿੰਦੇ ਹੋ ਮੰਨ ਲਓ 80 ਸੈਕਟਰ ਮੋਹਾਲੀ। ਕੰਪਲੇਂਟ ਮੈਂ ਤੁਹਾਡੇ ਤੇ ਕੀਤੀ ਹੈ ਤੇ 40 ਸੈਕਟਰ ਨੂੰ ਲੱਗਦਾ 39 ਸੈਕਟਰ ਦਾ ਥਾਣਾ, 39 ਸੈਕਟਰ 'ਚ ਤੁਹਾਡੀ ਕੰਪਲੇਂਟ ਹੋਈ ਹੈ, ਉੱਥੇ ਹੀ FIR ਦਰਜ ਹੋਈ ਹੈ ਤੇ ਤੁਹਾਡੀ ਜੁਰੀਡਿਕਸ਼ਨ ਬਣ ਗਈ ਚੰਡੀਗੜ੍ਹ ਦੀ। ਤੁਸੀਂ ਚੰਡੀਗੜ੍ਹ ਦੇ ਅਦਾਲਤ 'ਚ ਕੇਸ ਲੜੋਗੇ ਤੇ ਚੰਡੀਗੜ੍ਹ। ਪਰ ਜੇ ਮੇਰੇ ਵਰਗਾ ਵਕੀਲ ਹੋਏਗਾ ਤੁਹਾਡਾ ਕੰਪਲੇਨੈਂਟ ਦਾ, ਜਿੰਨੇ ਤੁਹਾਡੇ ਖਿਲਾਫ ਸ਼ਿਕਾਇਤ ਕੀਤੀ ਹੈ, ਮੈਂ ਕੀ ਕਰਾਂਗਾ, ਮੈਂ 80 ਸੈਕਟਰ ਦੇ ਥਾਣੇ ਨੂੰ ਵੀ ਕੰਪਲੇਂਟ ਭੇਜਾਂਗਾ ਕਿ ਇਸ ਲੜਕੀ ਤੇ FIR ਦਰਜ ਹੈ, ਰਜਿਸਟਰ ਨੰਬਰ 9 'ਚ ਦੀ ਐਂਟਰੀ ਚੜਾ ਲਓ। ਮੈਂ ਉਹਦੀ LOC ਕਟਾ ਕੇ ਤੁਹਾਡੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਵੀ ਭੇਜਾਂਗਾ। ਉਹਨੂੰ ਕਹਿੰਦੇ ਨੇ ਲੁੱਕ ਆਊਟ ਸਰਕੂਲਰ, ਕਿ ਜਦੋਂ ਵੀ ਬੰਦਾ ਇਹ ਕਿਸੇ ਵੀ 에ਅਰਪੋਰਟ ਤੇ ਪਹੁੰਚੇ, ਕਿਸੇ ਵੀ ਬਾਰਡਰ ਤੇ ਪਹੁੰਚੇ, ਇੰਡੀਆ ਦੇ ਮੈਨੂਅਲ ਬਾਰਡਰ ਤੇ, ਚਾਹੇ 에ਅਰਪੋਰਟ ਤੇ, ਚਾਹੇ ਰੇਲ ਬਾਰਡਰ ਤੇ, ਉਹਨੂੰ ਉੱਥੇ ਅਰੈਸਟ ਕਰ ਲਿਆ ਜਾਵੇ ਤੇ ਅਰੈਸਟ ਕਰਕੇ ਸਿੱਧਾ 39 ਥਾਣੇ ਦੀ ਜੁਰੀਡਿਕਸ਼ਨ ਮੁਤਾਬਕ ਉਸ ਅਦਾਲਤ 'ਚ ਜਾਂ 39 ਥਾਣੇ ਨੂੰ ਫੜਾਇਆ ਜਾਵੇ ਤੇ ਜਾਂ ਉੱਥੇ ਭੇਜਿਆ ਜਾਵੇ। ਸੋ ਇਹ ਏਡੀ ਵੱਡੀ ਮੁਸੀਬਤ ਤੋਂ ਬਚਣ ਲਈ ਉਹਦੇ 'ਚ ਕੀ ਨੁਕਸਾਨ ਕੀ ਹੁੰਦਾ ਹੈ, ਤੁਹਾਡਾ ਸਾਰਾ ਸਮਾਨ ਜ਼ਬਤ ਹੋਏਗਾ ਉੱਥੇ, ਜੋ ਵੀ ਤੁਸੀਂ ਨਾਲ ਲੈ ਕੇ ਆਏ ਹੋ, ਤੇ ਤੁਹਾਨੂੰ ਸਾਡੇ ਅਦਾਰਿਆਂ ਦਾ ਤੇ ਪਤਾ, ਅੱਧਾ ਸਮਾਨ ਤੇ ਗਿਆ ਵੀ ਹੋ ਜਾਣਾ। ਉਸ ਤੋਂ ਇਲਾਵਾ ਤੁਹਾਡੇ ਪੈਸੇ ਉੱਜੜ ਜਾਣੇ ਆ। ਫਿਰ ਮੈਂ ਕਹਿੰਦਾ ਨਾ ਉੱਜੜੇ, ਕੁਛ ਨਾ ਉੱਜੜੇ। ਜਦੋਂ ਸਰਕਾਰੀ ਘਰ 'ਚ ਜਮ੍ਹਾਂ ਹੋ ਗਿਆ, ਪਹਿਲਾਂ ਤੁਹਾਡੀ ਜ਼ਮਾਨਤ ਹੋਏਗੀ, ਫਿਰ ਤੁਹਾਡੇ ਉਸ ਸਮਾਨ ਦੀ ਜ਼ਮਾਨਤ ਹੋਏਗੀ, ਫਿਰ ਤੁਹਾਨੂੰ ਦੱਸਣਾ ਪਏਗਾ ਕਿ ਜਦੋਂ ਵੀ ਮੈਨੂੰ ਇਹ ਮੰਗਿਆ ਜਾਏਗਾ ਸਮਾਨ ਮੈਂ ਪ੍ਰੋਡਿਊਸ ਕਰਾਂਗਾ। ਉਹਦੇ 'ਚ ਹੋ ਸਕਦਾ ਹੈ ਕੁਝ ਸਮਾਨ ਆਬਜੈਕਸ਼ਨੇਬਲ ਹੋਵੇ, ਜਿਹੜਾ ਤੁਸੀਂ ਪੈਸੇ ਲਿਆ ਰਹੇ ਸੀ, ਮੰਨ ਲਓ ਕੋਈ ਦਵਾਈ ਹੈ ਜਾਂ ਕੋਈ ਐਸੀ ਚੀਜ਼ ਹੈ, ਉਹਦਾ ਇੱਕ ਵੱਖਰਾ ਕੇਸ ਤੁਹਾਡੇ ਤੇ ਹੋ ਜਾਏਗਾ।
ਸੋ ਤੁਹਾਨੂੰ ਇੱਕ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਇਹ ਰਾਏ ਦੇਣਾ ਚਾਹੁੰਦਾ ਕਿ ਕੋਈ ਡਰਨ ਦੀ ਲੋੜ ਨਹੀਂ ਹੁੰਦੀ। ਕਿਸੇ ਸਿਆਣੇ ਵਕੀਲ ਨੂੰ ਅਪਾਇੰਟ ਕਰੋ, ਉਹਨੂੰ ਦੇ ਕੇ ਆਪਣੀ ਐਂਟੀਸਪੇਟਰੀ ਬੇਲ ਅਪਲਾਈ ਕਰੋ, ਜਿਹਦੇ ਨਾਲ ਪਹਿਲੀ ਗੱਲ ਤੁਹਾਡੀ LOC ਬਚੇਗੀ, ਤੁਹਾਡੇ ਪ੍ਰੋਕਲੇਮ ਅਫੈਂਡਰ ਇਸ਼ਤਿਹਾਰੀ ਮੁਲਜ਼ਮ ਦੇ ਕਾਰਵਾਈ ਬਚੇਗੀ, ਬੇਲ ਵੱਧ ਤੋਂ ਵੱਧ ਨਹੀਂ ਮਿਲੇਗੀ 1 ਮਿੰਟ ਲਈ, ਪਰ ਤੁਸੀਂ ਭਗੌੜੇ ਤੁਹਾਨੂੰ ਸਾਬਤ ਪੁਲਿਸ ਨਹੀਂ ਕਰ ਸਕਦੀ, ਕਿਉਂਕਿ ਵਾਂਸ ਯੂ ਆਰ ਬਿਫੋਰ ਦੀ ਕੋਰਟ ਐਂਡ ਯੂ ਆਰ ਸੀਕਿੰਗ ਬੇਲ, ਇਟ ਮੀਨਸ ਯੂ ਆਰ ਗਿਵਿੰਗ ਯੂਰ ਪ੍ਰੈਜ਼ੈਂਸ, ਰਾਈਟ। ਸੋ ਜਦੋਂ ਤੁਹਾਨੂੰ ਇੱਕ ਵਾਰੀ ਬੇਲ ਮਿਲ ਜਾਏਗੀ, ਉਸ ਤੋਂ ਬਾਅਦ ਤੁਹਾਡੇ ਜਦੋਂ ਇੰਡੀਆ ਆਉਣ ਦਾ ਪਲਾਨ ਬਣੇਗਾ, ਤੁਹਾਨੂੰ ਇੰਡੀਆ ਚੋਂ ਵਾਪਸ ਵੀ ਜਾਣ ਦਿੱਤਾ ਜਾਏਗਾ। ਇੱਕ ਬੜੀ ਲੇਟੈਸਟ ਜੱਜਮੈਂਟ ਹੈ ਉਹਦੇ ਵਿੱਚ। ਕਈ ਵਾਰੀ ਕੀ ਹੁੰਦਾ ਕਿ ਆਮ ਤੌਰ ਦੇ ਉੱਪਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਆਪਸੀ ਘਰ ਦੇ ਵਿਵਾਦ ਹੁੰਦੇ ਨੇ ਤੇ ਝੂਠੇ ਕੇਸ ਆਪਣੇ ਭੈਣ ਭਰਾਵਾਂ ਦੇ ਪਾ ਦਿੰਦੇ ਨੇ ਤਾਂ ਕਿ ਉਹ ਬਾਹਰ ਜਾਣ ਤੋਂ ਰਹਿ ਜਾਣ ਤੇ ਫਸ ਵੀ ਜਾਂਦੇ ਨੇ। ਸੋ ਜੇ ਉਹ ਸਾਡਾ ਪ੍ਰੋਗਰਾਮ ਅੱਜ ਦੇਖ ਰਹੇ ਹੋਣ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਬਿਲਕੁਲ ਸੰਪਰਕ ਕਰ ਸਕਦੇ ਆ। ਇਹੋ ਜਿਹੇ ਕੇਸਾਂ ਵਿੱਚ ਜਦੋਂ ਤੁਹਾਡੇ ਕਿਸੇ ਭੈਣ ਭਰਾ ਨੇ ਤੁਹਾਡੇ ਤੇ ਝੂਠਾ ਕੇਸ ਪਾਇਆ, ਉਹ ਐਡੇ ਔਖੇ ਕੇਸ 'ਚ ਫਸੇਗਾ ਕਿ ਉਹ ਸੋਚ ਨਹੀਂ ਸਕਦਾ। ਦੇਖੋ ਝੂਠ ਨੇ ਝੂਠ ਰਹਿਣਾ, ਨੋ ਡਾਊਟ। ਸਾਡੇ ਵਾਲੇ ਮਹਿਕਮੇ ਕਈ ਨਿਕੰਮੇ ਨੇ, ਉਹਨਾਂ ਨੂੰ ਆਪ ਅਸੀਂ ਐਵੀਡੈਂਸ ਵਾਸਤੇ ਕਹੀਏ, ਆਪ ਸਭ ਕੁਝ ਕਹੀਏ ਤੇ ਕਿਸੇ ਵੇਲੇ ਉਹ ਮਿਹਨਤ ਨਹੀਂ ਕਰਦੇ। ਜਾਂ ਮੈਂ ਕਹੂੰਗਾ ਜੇ ਨਿਕੰਮੇ ਨਹੀਂ ਹੈ ਤੇ ਉਹਨਾਂ ਕੋਲ ਰਿਸੋਰਸਿਸ ਪੂਰੇ ਨਹੀਂ ਹੈ, ਜੇ ਰਿਸੋਰਸਿਸ ਹੈ ਤੇ ਉਹਨਾਂ ਕੋਲ ਨੌਲੇਜ ਨਹੀਂ ਹੈ, ਜੇ ਨੌਲੇਜ ਹੈ ਤੇ ਉਹਨਾਂ ਦੇ ਅੰਦਰ ਸ਼ੌਕ ਨਹੀਂ ਹੈ ਕਿ ਆਪਾਂ ਸਹੀ ਬੰਦੇ ਨੂੰ ਨਿਆਂ ਦਿਵਾ ਸਕੀਏ। ਜ਼ਿਆਦਾਤਰ ਮੈਂ ਇਹਦੇ 'ਚ ਦੱਸਣਾ ਚਾਹੁੰਦਾ ਕਿ ਜਿਹੜੇ ਪਰਿਵਾਰਿਕ ਵਿਆਹ ਦੇ ਮੁੱਦੇ ਆ ਨਾ ਜੀ, ਉਹਦੇ 'ਚ ਖਾਸ ਕਰਕੇ ਲੜਕੀਆਂ ਆਪਣੇ ਸਹੁਰੇ ਪਰਿਵਾਰ ਨੂੰ ਦੂਰ ਦੂਰ ਤੱਕ 406, 498, 323 ਹੋਰ ਕਈ ਧਾਰਾਵਾਂ ਵਿੱਚ ਫਸਾ ਦਿੰਦੀਆਂ ਨੇ। ਸੋ ਐਸੇ ਕੇਸਾਂ ਵਿੱਚ ਕਈ ਵਾਰੀ ਰਿਲੀਫ ਮਿਲਦਾ ਤੇ ਉਹਨੂੰ ਥੋੜਾ ਟੈਕਨੀਕਲੀ ਸਮਾਰਟਲੀ ਜੇ ਆਪਾਂ ਕਰੀਏ ਤੇ ਇੰਡੀਆ ਦੀ ਅਦਾਲਤ ਜ਼ਿਆਦਾਤਰ ਸੱਸ ਸਹੁਰੇ ਨੂੰ ਮਾਫ ਕਰ ਦਿੰਦੀ ਹੈ, ਉਹਨਾਂ ਨੂੰ ਮਤਲਬ ਬਰੀ ਵੀ ਕਰ ਦਿੱਤਾ ਜਾਂਦਾ ਹੈ, ਉਹਨਾਂ ਨੂੰ ਬਾਹਰ ਵੀ ਕੱਢ ਦਿੱਤਾ ਜਾਂਦਾ ਹੈ। ਜ਼ਿਆਦਾ ਤੋਂ ਜ਼ਿਆਦਾ ਉਹ ਕੇਸ ਜਿਹੜਾ ਹਸਬੈਂਡ ਤੇ ਰਹਿੰਦਾ, ਪਰ ਜੇ ਆਪਾਂ ਪੈਰਵਾਈ ਕਰਾਂਗੇ ਤਾਂ, ਅਸੀਂ ਜੇ ਆਪਣਾ ਪੱਖ ਰੱਖਾਂਗੇ ਤਾਂ। ਜੇ ਅਸੀਂ ਆਪਣਾ ਪੱਖ ਨਹੀਂ ਰੱਖਦੇ, ਅਸੀਂ ਫੋਰਨ ਕੰਟਰੀ ਬੈਠੇ ਰਹਾਂਗੇ ਤੇ ਤੁਸੀਂ ਜ਼ਿੰਦਗੀ 'ਚ ਕਦੀ ਵੀ ਇੰਡੀਆ ਨਹੀਂ ਆ ਸਕੋਗੇ। ਜੇ ਤੁਸੀਂ ਆ ਗਏ ਤੇ ਤੁਹਾਨੂੰ ਡਰ ਰਹੇਗਾ ਕਿ ਅਸੀਂ ਅਰੈਸਟ ਹੋ ਜਾਵਾਂਗੇ, ਤੇ ਆਪਣੀਆਂ ਆਂਦਰਾਂ ਤੜਫਾਨ ਨਾਲੋਂ ਚੰਗਾ ਹੈ ਕਿ ਥੋੜੇ ਬਹੁਤ ਪੈਸੇ ਖਰਚੋ, ਕੋਈ ਚੰਗੇ ਸਿਆਣੇ ਵਕੀਲ ਨਾਲ ਕੰਟੈਕਟ ਕਰੋ, ਉਹ ਤੁਹਾਡਾ ਇੱਥੇ ਪੈਰਵਾਈ ਕਰਨ ਤੇ ਤੁਹਾਡੇ ਤੇ ਜਿਹੜੀਆਂ ਜ਼ਿਆਦਾ ਤਲਵਾਰਾਂ ਲਟਕਦੀਆਂ ਪਈਆਂ, ਮੈਂ ਕਹਿੰਦਾ ਵੱਧ ਤੋਂ ਵੱਧ ਕੀ ਹੋਏਗਾ, ਜ਼ਮਾਨਤ ਮਿਲੇਗੀ। ਤੁਸੀਂ ਇੰਡੀਆ ਆਓਗੇ, ਤੁਸੀਂ ਪੁਲਿਸ ਦੇ ਕੋਲ ਆਪਣੀ ਸਟੇਟਮੈਂਟ ਲਿਖਾਓਗੇ, ਤੁਹਾਡੀ ਜ਼ਮਾਨਤ ਪੱਕੀ ਹੋ ਜਾਏਗੀ। ਪੱਕੀ ਹੋਣ ਤੋਂ ਬਾਅਦ ਤੁਸੀਂ ਫੋਰਨ ਜਾਣ ਵਾਸਤੇ ਪਰਮਿਸ਼ਨ ਮੰਗੋਗੇ, ਕੋਰਟ ਵੱਧ ਤੋਂ ਵੱਧ ਤੁਹਾਡੇ ਕੋਲ 10 ਲੱਖ ਰੁਪਏ ਦੀ ਸ਼ਿਓਰਟੀ ਮੰਗੇਗੀ। 10 ਲੱਖ ਰੁਪਏ ਨਹੀਂ ਮੰਗੇਗੀ, 10 ਲੱਖ ਦੀ ਵੈਲਿਊ ਦਾ ਮੰਨ ਲਓ ਤੁਹਾਡਾ ਘਰ ਹੈ ਤੇ ਤੁਸੀਂ ਜ਼ਮਾਨਤ ਦੇ ਤੌਰ ਤੇ ਘਰ ਦਿਓ ਤੇ ਤੁਸੀਂ ਜਾਓ ਫੋਰਨ, ਤੁਹਾਨੂੰ ਕੋਈ ਨਾ ਹੀ ਨਹੀਂ ਹੈ, ਤੁਸੀਂ ਜਾ ਕੇ ਵਾਪਸ ਆ ਜਾਓ। ਜੇ ਕੋਰਟ ਨੂੰ ਡਰ ਲੱਗਦਾ ਕਿ ਬੰਦਾ ਨਹੀਂ ਆਏਗਾ, ਆਪਾਂ ਪਾਸਪੋਰਟ ਜਮ੍ਹਾਂ ਕਰਾ ਦਾਂਗੇ, ਜ਼ਮਾਨਤ ਬੜੇ ਆਰਾਮ ਨਾਲ ਮਿਲ ਜਾਂਦੀ ਹੈ, ਜ਼ਮਾਨਤ ਦੀ ਕੋਈ ਡਰ ਨਹੀਂ। ਸਿਰਫ ਤੁਹਾਨੂੰ ਦੱਸ ਰਿਹਾ ਸੀ ਕਿ ਸੁਪਰੀਮ ਕੋਰਟ ਮਾਨਯੋਗ ਨੇ ਇੱਕ ਲੇਟੈਸਟ ਜੱਜਮੈਂਟ ਦਿੱਤੀ, ਉਹਦੇ ਵਿੱਚ ਇੱਕੋ ਗੱਲ ਕਹੀ ਹੈ ਕਿ ਗ੍ਰੈਵਿਟੀ ਕੀ ਹੈ, ਜੁਰਮ ਕਿੱਡਾ ਭਾਰਾ ਹੈ, ਉਹ ਨਾ ਵੇਖਿਆ ਜਾਵੇ, ਇਹ ਵੇਖਿਆ ਜਾਵੇ ਕਿ ਆਇਆ ਬੰਦਾ ਜਿਹੜੀ 438(2) CRPC 'ਚ ਉਹਦੀਆਂ ਬੇਲ ਦੀਆਂ ਕੰਡੀਸ਼ਨਸ ਨੇ ਕਿ ਇਸ ਬੰਦੇ ਦੇ ਐਂਟੀਸੀਡੈਂਟਸ ਕੀ ਨੇ, ਵੀ ਪਿਛੋਕੜ ਕੀ ਹੈ, ਚੋਰ ਚੱਕਾ ਠੱਗ ਹੋਰ ਇਦਾਂ ਦੀਆਂ 20 ਇਹਦੇ ਤੇ FIR ਤੇ ਨਹੀਂ ਜੀ, ਉਹਦੇ ਪਾਰਟਿਕੂਲਰ ਬੰਦੇ ਦੀ ਪ੍ਰੋਫਾਈਲ ਤੋਂ ਦਾ ਸਟੇਟਸ ਜੱਜ ਕੀਤਾ, ਦੇਸੀ ਭਾਸ਼ਾ 'ਚ ਕਹੀਏ ਤੇ ਬੰਦੇ ਦੀ ਪ੍ਰੋਫਾਈਲ, ਐਂਟੀਸੀਡੈਂਟ ਨੂੰ ਕਹਾਂਗੇ ਬੰਦੇ ਦਾ ਪ੍ਰੋਫਾਈਲ ਕੀ, ਕ੍ਰਿਮੀਨਲ ਰਿਕਾਰਡ ਤੇ ਨਹੀਂ, ਬੰਦਾ ਜਿਹੜੀ ਕੋਈ ਵੀ ਸਬੂਤ ਹੈ, ਜਿਹੜੇ ਗਵਾਹ ਹੈ ਉਹਨਾਂ ਨੂੰ ਟੈਂਪਰ ਤੇ ਨਹੀਂ ਕਰੇਗਾ, ਬੰਦਾ ਜਸਟਿਸ ਤੋਂ ਭੱਜ ਤੇ ਨਹੀਂ ਜਾਏਗਾ ਵੀ ਇੱਕ ਵਾਰੀ ਭੱਜ ਗਿਆ ਤੇ ਮੁੜ ਕੇ ਕਾਬੂ ਨਹੀਂ ਆਏਗਾ ਤੇ ਇੱਥੇ ਕੇਸ ਪੈਂਡਿੰਗ ਰਹਿ ਜੇ। ਜਦੋਂ ਕੋਰਟ ਨੂੰ ਇਹ 3 ਸੈਟੀਸਫੈਕਸ਼ਨਾਂ ਹੋ ਜਾਣ ਤੇ ਕੋਰਟ ਹਰ ਕੇਸ 'ਚ ਆਲਮੋਸਟ ਜ਼ਮਾਨਤ ਦਿੰਦੀ ਹੈ। ਪਰ ਇਨ ਕੇਸ ਤੁਹਾਡਾ ਕੋਈ ਹੀਨੀਅਸ ਕ੍ਰਾਈਮ ਹੈ, ਮੰਨ ਲਓ ਤੁਸੀਂ ਰੇਪ ਕੀਤਾ ਹੈ, ਮੰਨ ਲਓ ਤੁਹਾਡੇ ਤੇ ਕੋਈ ਬੱਚਿਆਂ ਦੇ ਉੱਤੇ ਸੈਕਸ਼ੂਅਲ ਹਰਾਸ ਦਾ ਕੇਸ ਲੱਗਾ, ਪੌਕਸੋ ਲੱਗੀ ਹੈ, ਇਹੋ ਜਿਹੇ ਕੇਸਾਂ 'ਚ ਜਾਂ ਕੋਈ ਡੈਥ ਕੇਸ ਹੈ, ਮਰਡਰ ਹੈ, ਐਸੇ ਕੇਸਾਂ 'ਚ ਵੱਧ ਤੋਂ ਵੱਧ 6 ਮਹੀਨੇ ਤੁਹਾਨੂੰ ਕੋਰਟ ਇੱਥੋਂ ਦੀਆਂ ਇੰਡੀਆ ਦੀਆਂ ਬੜੀਆਂ ਕੂਲ ਨੇ, ਉਹ ਦੋਨੋਂ ਪੱਖ ਵੇਖਦੀਆਂ। ਮੈਂ ਡਿਫੈਂਸ ਲਾਇਰ ਹਾਂ, ਮਤਲਬ ਡਿਫੈਂਸ ਕਹਾਂ ਸੌਰੀ, ਮੈਂ ਪ੍ਰੋਸੀਕਿਊਸ਼ਨ ਲਾਇਰ ਹਾਂ, ਮੈਂ ਕੰਪਲੇਨੈਂਟ ਵੱਲੋਂ ਜੇ ਮਤਲਬ ਲੜ ਰਿਹਾ ਤੇ ਮੈਂ ਜਿੰਨਾ ਮਰਜ਼ੀ ਰੌਲਾ ਪਾਵਾਂ, ਜੇ ਤੁਹਾਡਾ ਅਧਿਕਾਰ ਬੇਲ ਇਜ਼ ਰਾਈਟ, ਇਹ ਸਾਡੇ ਲਾਅ 'ਚ ਲਿਖਿਆ, ਜ਼ਮਾਨਤ ਲੈਣਾ ਅਧਿਕਾਰ ਹੈ, ਮੌਲਿਕ ਅਧਿਕਾਰਾਂ ਦੇ ਵਿੱਚ ਆਉਂਦਾ ਹੈ, ਤੇ ਉਹ ਅਧਿਕਾਰ ਕੋਰਟ ਵੀ ਤੁਹਾਡਾ ਵੇਖਦੀ ਹੈ। ਇਹ ਨਹੀਂ ਕਿ ਮੈਂ ਜੇ ਜੋ ਕੁਝ ਕਹੀ ਜਾਊਂਗਾ ਕੋਰਟ ਉਸੇ ਹਿਸਾਬ ਨਾਲ ਕਰੇਗੀ।
ਬਟ ਜੇ ਤੁਹਾਡੀ ਰੀਪ੍ਰੈਜ਼ੈਂਟੇਸ਼ਨ ਮਾੜੀ ਹੈ, ਕੋਰਟ ਨੂੰ ਤੁਸੀਂ ਗੱਲ ਹੀ ਨਹੀਂ ਦਿਲ ਖੋਲ ਕੇ ਦੱਸਦੇ ਪਏ, ਕੋਰਟ ਨੂੰ ਤੁਹਾਡੇ ਤੇ ਕੌਨਫੀਡੈਂਸ ਹੀ ਨਹੀਂ ਆਉਂਦਾ ਪਿਆ, ਬਿਲਕੁਲ, ਤੇ ਕੋਰਟ ਡੈਫੀਨਿਟਲੀ ਤੁਹਾਡੇ ਅਗੇਂਸਟ ਚਲੇਗੀ। ਬਿਲਕੁਲ ਆਪਣਾ ਜਿਹੜਾ ਪੱਖ ਹੈ ਤੁਹਾਨੂੰ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਫ੍ਰੀ ਦੀ ਜਿਹੜੀ ਸਲਾਹ ਤੁਹਾਨੂੰ ਅਸੀਂ ਸਾਡੇ ਸ਼ੋਅ ਦੇ ਰਾਹੀਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਐਨਆਰਆਈ ਵੀਰ ਭੈਣ ਭਰਾਵਾਂ ਦਾ ਕੋਈ ਵੀ ਮੁੱਦਾ ਹੈ, ਕੋਈ ਵੀ ਪ੍ਰੋਬਲਮ ਹੈਗੀ ਹੈ, ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ, ਤੁਸੀਂ ਕਾਲ ਕਰਕੇ ਔਰ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਤੁਸੀਂ ਆਪਣਾ ਸਵਾਲ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਸੋ ਜਿੱਦਾਂ ਇਸ ਤੋਂ ਆਪਾਂ ਇਹ ਕਹੀਏ ਵੀ ਐਨਆਰਆਈ ਨਹੀਂ, ਕੋਈ ਵੀ ਭੈਣ ਭਰਾ ਜਿਹੜਾ ਪ੍ਰੋਗਰਾਮ ਦੇਖ ਰਿਹਾ, ਕਿਤੇ ਇੰਡੀਆ ਵਾਲੇ ਸਾਡੇ ਭਰਾ ਨਾਰਾਜ਼ ਹੀ ਨਾ ਹੋ ਜਾਣ ਭੈਣਾਂ ਸਾਡੀਆਂ, ਕੋਈ ਵੀ ਬੰਦਾ ਜਿਹੜਾ ਭਾਰਤੀ ਮੂਲ ਦਾ ਜਾਂ ਵਿਦੇਸ਼ੀ ਹੈ, ਕਿਸੇ ਜਿਹਨੂੰ ਵੀ ਇੱਕ ਲਾਅ ਦੀ ਜ਼ਰੂਰਤ ਹੈ, ਸਹੀ ਕਾਨੂੰਨ ਜਾਣਨ ਦੀ ਜ਼ਰੂਰਤ ਹੈ। ਤੁਸੀਂ ਇੱਕ ਜਿਵੇਂ ਸਟੈਪ ਹੁੰਦਾ ਨਾ ਕਿ ਆਪਾਂ ਪਹਿਲੀ ਪੌੜੀ ਤੇ ਪੈਰ ਰੱਖਣਾ, ਆਪਾਂ ਛੱਤ ਤੇ ਜਾਣਾ, ਪਹਿਲੀ ਦੂਜੀ ਤੀਜੀ ਪੌੜੀ ਤੇ ਪੈਰ ਰੱਖਣਾ, ਸੋ ਉਹ ਹਿਸਾਬ ਹੈ ਵੀ ਤੁਸੀਂ ਸਹੀ ਕਾਨੂੰਨ ਜਾਣਨਾ ਚਾਹੁੰਦੇ ਹੋ ਤਾਂ ਨੰਬਰ ਸਕਰੀਨ ਤੇ ਡਿਸਪਲੇ ਹੋ ਰਿਹਾ, ਤੁਸੀਂ ਕਾਲ ਕਰਕੇ ਸੰਪਰਕ ਕਰ ਸਕਦੇ ਹੋ। ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਦਾ ਮੁੱਦਾ ਹੀ ਇਹੋ ਹੀ ਹੈ ਕਿ ਤੁਸੀਂ ਏਜੰਟਾਂ ਤੋਂ ਬਚੋ। ਬਿਲਕੁਲ, ਮੇਨ ਫੋਕਸ ਇਸ ਚੀਜ਼ ਦੇ ਉੱਤੇ ਹੈਗਾ, ਕਿਉਂਕਿ ਤੁਸੀਂ ਠੱਗੀ ਤੋਂ ਬਚੋ, ਏਜੰਟਾਂ ਤੋਂ ਬਚੋ। ਉਹ ਇੱਕ ਟਾਈਮ ਹੀ ਤੁਹਾਨੂੰ ਸ਼ਾਰਟ ਟਰਮ ਲਈ ਤੁਹਾਨੂੰ ਰਿਲੀਫ ਜ਼ਰੂਰ ਦੇਣਗੇ, ਲੇਕਿਨ ਹਾਂ ਠੀਕ ਹੈ, ਵਕੀਲਾਂ ਦੇ ਘਰ ਟਾਈਮ ਜ਼ਰੂਰ ਲੱਗਦਾ, ਠੀਕ ਹੈ, ਲੇਕਿਨ ਤੁਹਾਨੂੰ ਇਨਸਾਫ ਜ਼ਰੂਰ ਮਿਲਦਾ ਹੈ ਨਾ, ਤੁਹਾਡਾ ਪੈਸਾ ਵੀ ਨਹੀਂ ਖਰਾਬ ਹੁੰਦਾ। ਆਪਾਂ ਉਸੇ ਦੀ ਗੱਲ ਕਰ ਲੈਂਦੇ ਆ। ਮੇਰੇ ਕੋਲ ਕੈਨੇਡਾ ਤੋਂ ਫੋਨ ਆਇਆ ਇੱਕ ਬਜ਼ੁਰਗ ਬੀਜੀ ਦਾ, ਕਹਿੰਦੇ ਪੁੱਤ ਮੈਂ ਕਿੰਨੇ ਪੈਸੇ ਲੱਗਦੇ OCI ਕਾਰਡ ਬਣਾਉਣ ਦੇ? ਮੈਂ ਕਿਹਾ ਬੀਜੀ ਸਰਕਾਰੀ ਫੀਸ ਤੇ $25 ਹੈ ਜੀ, $25 ਦਾ ਮਤਲਬ 1500 ਰੁਪਇਆ ਲਾ ਲਓ ਅੰਦਾਜ਼ਾ। ਤੇ ਮੈਂ ਕਿਹਾ ਜੇ ਤੁਹਾਡਾ ਪੁਰਾਣਾ ਪਾੜ ਗਿਆ, ਖਰਾਬ ਹੋ ਗਿਆ, ਤਾਂ ਉਹਨੂੰ ਨਵਾਂ ਜਾਰੀ ਕਰਨ ਦੀ $100 ਯਾਨੀ ਕਿ $5000 ਰੁਪਇਆ। ਹਾਏ ਹਾਏ, ਕਹਿੰਦੀ ਜੈ ਖਾਣੇ ਨੇ ਮੇਰੇ ਕੋਲੋਂ ਤੇਰੇ ਅੰਕਲ ਕੋਲੋਂ $725 ਲੈ ਲਏ ਏਜੰਟ ਨੇ, ਤੇ ਮੇਰੇ ਕੋਲ $625 ਲੈ ਲਏ। ਦੇਖੋ ਬਜ਼ੁਰਗ ਆਦਮੀ ਦਾ $1300 ਏਜੰਟ ਖਾ ਗਿਆ, ਨੋ ਡਾਊਟ। ਚਲੋ $25 ਦਾ ਸਰਕਾਰੀ ਫੀਸ $25 ਹੈ, ਮੈਂ ਕਹਿੰਦਾ $25 ਆਪਣੇ ਵੀ ਲੈ, ਬਿਲਕੁਲ $50 ਆਪਣੇ ਲੈ, ਪਰ ਝੂਠ ਬੋਲ ਕੇ ਨਾ ਲਾਓ। ਕਹੋ ਨਾ ਵੀ ਤੇਰੀ ਫੀਸ ਭਾਜੀ, ਮੇਰੀ ਫੀਸ $600 ਹੈ, $25 ਸਰਕਾਰੀ ਫੀਸ ਹੈ, ਤੁਹਾਡਾ ਜੀ ਕਰਦਾ ਮੇਰੇ ਕੋਲ ਕੰਮ ਕਰਾਉਣਾ, ਮੈਂ ਤਾਂ ਨਹੀਂ ਕਰਾਉਣਾ। ਝੂਠ ਬੋਲ ਕੇ ਮੈਂ ਕਹਾਂ ਨਹੀਂ ਮਨਦੀਪ ਮੈਡਮ ਇਹਦੇ $725 ਦਾ ਕੰਮ ਹੈ, ਦੈਟ ਇਜ਼ ਬਿਲਕੁਲ ਕਹਿ ਕੇ, ਕਿਉਂਕਿ ਸਾਰਿਆਂ ਦਾ ਕਾਬਲੀਅਤ ਦਾ ਮੁੱਲ ਲਵੋ, ਸਾਰਿਆਂ ਦੀ ਕਮਾਈ ਹੈ, ਹਰ ਕਿਸੇ ਨੇ ਆਪਦੇ ਘਰੇ ਰੋਟੀ ਖਾਣੀ ਹੈ। ਸੋ ਕੰਮ ਜਿਹੜਾ ਹੈ, ਕੰਮ ਨੂੰ ਕੰਮ ਦੇ ਤਰੀਕੇ ਨਾਲ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜ਼ਮੀਨੀ ਵਿਵਾਦ ਦੇ ਉੱਤੇ ਵੀ ਥੋੜਾ ਜਿਹਾ ਡਿਸਕਸ ਕਰ ਲਈਏ, ਕਿਉਂਕਿ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ, ਸਾਡੇ ਬਹੁਤ ਸਾਰੇ ਐਸੇ ਭਰਾ ਹੋਣਗੇ ਜਿਨ੍ਹਾਂ ਨੇ ਆਪਣੇ ਬਾਪ ਦਾਦੇ ਦੀ ਪ੍ਰਾਪਰਟੀ ਲੈਣੀ ਹੈ, ਮਾਂ ਦੀ ਪ੍ਰਾਪਰਟੀ ਲੈਣੀ ਹੈ, ਕਿਉਂਕਿ ਕਈ ਵਾਰੀ ਹੁੰਦਾ ਕਿ ਮਾਮੇ ਨਹੀਂ ਹੁੰਦੇ, ਸੋ ਮਾਸੀਆਂ ਚ ਵੱਡੀ ਜਾਂਦੀ ਹੈ। ਇੱਕ ਤਾਂ ਉਹ ਵਾਲੀ ਪ੍ਰਾਪਰਟੀ ਆ ਜਾਂਦੀ ਹੈ, ਇੱਕ ਪ੍ਰਾਪਰਟੀ ਹੋਰ ਆ ਜਾਂਦੀ ਹੈ। ਬਹੁਤ ਸਾਰੇ ਵੀਰ, ਅੱਜ ਦੀ ਗੱਲ ਨਹੀਂ ਕਰਾਂਗੇ ਅਸੀਂ, ਕਈ ਵੀਰ ਵੀ ਕਹਾਂ ਤੇ ਹਾਂਜੀ ਕੋਈ ਨਹੀਂ, ਸਾਡੇ ਨਾਲ 15 ਸਾਲ 20 ਸਾਲ ਵੱਡੇ ਵੀ ਹੋਣਗੇ, 30 ਸਾਲ ਵੱਡੇ ਹੋਣਗੇ, ਉਹ ਟਾਈਮ 'ਚ ਲੋਕੀ ਡੌਂਕੀ ਲਾ ਕੇ ਬਹੁਤ ਜਾਂਦੇ ਹੁੰਦੇ। ਬਿਲਕੁਲ ਠੀਕ ਗੱਲ ਹੈ। ਸਮਾਂ ਪਰਤਿਆ, ਟਾਈਮ ਨਿਕਲਿਆ, ਉਹ PR ਹੋ ਗਏ, ਉਹ ਪੱਕੇ ਹੋ ਗਏ। ਉਹ ਜਦੋਂ ਤੱਕ ਉਹ ਪੱਕੇ ਨਹੀਂ ਹੋਏ ਸੀ ਉੱਥੇ, ਉਦੋਂ ਤੱਕ ਉਹਨਾਂ ਲੋਕਾਂ ਕੋਲ ਪੈਸਾ ਉੱਥੇ ਇਨਵੈਸਟ ਕਰਨ ਦਾ ਸਿਸਟਮ ਨਹੀਂ ਸੀ, ਜਮਾ ਕਰਨ ਦੇ, ਜੋੜਨ ਦੇ, ਘਰੇ ਹੀ ਰੱਖਦੇ ਸੀ ਆਪਣੀ ਪੜੋਲੀ, ਇੱਥੇ ਹੀ ਗੱਲ ਦਿੰਦੇ ਸੀ। ਕੋਈ ਆਇਆ ਗਿਆ ਇੰਡੀਆ ਘਰ ਤੇ, ਫਿਰ ਇੰਡੀਅਨ ਭਰਾਵਾਂ ਨੇ ਕੀ ਕੀਤਾ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਸੀ ਉਹ ਆਪਦੇ ਨਾਮ ਦੇ ਉੱਤੇ ਪਰਚੇਸ ਕਰ ਲਈ, ਉਹਨਾਂ ਦੇ ਨਾਮ ਦੇ ਉੱਪਰ ਪਰਚੇਸ ਨਹੀਂ ਕੀਤੀ। ਇੱਕ ਤਾਂ ਉਹ ਬੰਦੇ ਦੀ ਮਿਹਨਤ ਲੱਗੀ ਆ, ਪੈਸਾ ਲੱਗਿਆ, ਧੱਕੇ ਧੋੜੇ ਖਾਦੇ, ਉਸ ਤੋਂ ਬਾਅਦ ਪ੍ਰਾਪਰਟੀ ਵੀ ਉਹਨੂੰ ਇੰਡੀਆ ਕੇ ਨਹੀਂ ਮਿਲੀ। ਕੋਈ ਹੱਲ ਹੈਗਾ? ਕੋਈ ਉਸ ਬੰਦੇ ਦਾ ਵੀ ਕੋਈ ਪੱਖ ਰੱਖਿਆ ਜਾ ਸਕਦਾ ਹੈ? ਇੰਡੀਅਨ ਕਾਨੂੰਨ ਉਹਨੂੰ ਵੀ ਕੋਈ ਹੱਕ ਦਿਵਾ ਸਕਦਾ ਹੈ? ਮੈਂ ਮੇਰੇ ਅਮਰੀਕਾ ਦੇ ਕਲਾਇੰਟ ਨੇ, ਵੀਰ ਜੀ ਦਾ ਚਲੋ ਨਾਂ ਨਹੀਂ ਮੈਂ ਪ੍ਰੋਗਰਾਮ 'ਚ ਲੈਣਾ, ਇਸ ਲਈ ਉਹਨਾਂ ਦੀ ਉਮਰ 80 ਸਾਲ ਹੈ, ਤੇ ਬਰਨਾਲੇ ਦਾ ਕੇਸ ਹੈ, ਔਰ ਸੇਮ ਕੇਸ ਜੋ ਤੁਸੀਂ ਮੈਨੂੰ ਪੁੱਛਿਆ, ਬਿਲਕੁਲ ਸੇਮ ਡਿਟੋ ਕੇਸ ਹੈ। ਉਹ 18 ਸਾਲ ਦੀ ਉਮਰ 'ਚ ਇੱਥੋਂ ਇੰਡੀਆ ਤੋਂ 2 ਨੰਬਰ 'ਚ 2-3 ਦੇਸ਼ਾਂ 'ਚੋਂ ਸਮੁੰਦਰਾਂ 'ਚੋਂ ਲੰਘਦੇ ਲੰਘਾਉਂਦੇ ਅਮਰੀਕਾ ਪਹੁੰਚ ਗਏ। ਜਦੋਂ 20 ਸਾਲ ਦੇ 2 ਸਾਲ ਲੱਗ ਗਏ ਉਹਨਾਂ ਨੂੰ ਅਮਰੀਕਾ ਪਹੁੰਚਦਿਆਂ। ਉੱਥੇ ਪਹੁੰਚ ਕੇ ਚੋਰੀ ਛੁਪੇ 2 ਨੰਬਰ 'ਚ ਕੱਚਾ ਪੱਕਾ ਕੰਮ ਕਰਦੇ ਰਹੇ। ਕੰਮ ਕਰਦੇ ਕਰਦੇ 4 ਸਾਲਾਂ ਬਾਅਦ ਆਪਣੀ ਸਟੋਰੀ ਸੁਣਾਉਂਦੇ ਕਿ ਮੈਨੂੰ ਇੱਕ ਬੜੀ ਚੰਗੀ ਲੜਕੀ ਮਿਲੀ, ਉਹ ਨਰਸ ਸੀ, ਤੇ ਉਸ ਲੜਕੀ ਨੂੰ ਮੈਂ ਸਾਰੀ ਆਪਣੀ ਗੱਲ ਦੱਸੀ ਵੀ ਮੈਂ ਇਦਾਂ ਉਹਦੇ ਨਾਲ ਮੇਰਾ ਪਿਆਰ ਪਿਆ, ਤੇ ਉਹਨੇ ਕਹਿੰਦੇ ਮੇਰੇ ਨਾਲ ਸ਼ਾਦੀ ਕੀਤੀ। ਦੇਖੋ ਮਤਲਬ ਫੋਰਨ 'ਚ ਵੀ ਬੜੇ ਚੰਗੇ ਚੰਗੇ ਲੋਕ ਨੇ, ਮੈਨੂੰ ਉਹਨਾਂ ਦੀ ਮੇਰੇ ਨਾਲ ਜਦੋਂ ਗੱਲਾਂ ਕਰਦੇ ਨਾ, ਕਦੀ ਕਦੀ ਫੋਨ ਕਰਦੇ ਆ, ਰੋ ਪੈਂਦੇ ਆ, ਮਤਲਬ ਮੇਰਾ ਵੀ ਮਨ ਭਰ ਆਉਂਦਾ ਉਸ ਵੇਲੇ। ਉਹ ਮੈਮ ਦੇਖੋ ਉਸ ਲੇਡੀ ਨੇ ਸ਼ਾਦੀ ਕੀਤੀ, ਸ਼ਾਦੀ ਕਰਨ ਤੋਂ ਕੁਝ ਸਾਲ ਜਦੋਂ ਬੇਬੀ ਨਹੀਂ ਹੋਇਆ ਤੇ ਉਹਨਾਂ ਨੇ ਆਪਣੇ ਟੈਸਟ ਟੂਸ ਕਰਾਏ ਹੋਣੇ ਆ। ਅੱਛਾ, ਉਹ ਉਦੋਂ ਮੇਰੇ ਭਾਜੀ ਨੂੰ ਪੱਕਾ ਕਰਾਤਾ ਉਹਨਾਂ ਨੇ। ਭਾਜੀ ਮਤਲਬ ਮੇਰੇ ਕਲਾਇੰਟ ਨੇ, ਮੈਂ ਉਹਨਾਂ ਨੂੰ ਭਾਜੀ ਵੀ ਕਹਿੰਦਾ, ਕਿਉਂਕਿ ਸਾਡੇ 80 ਸਾਲ ਦੇ ਨੇ, ਅਸੀਂ ਬਣ ਜਾਂਦੇ ਨੇ। ਮੈਨੂੰ ਕਹਿੰਦੇ ਸੁਨੀਲ, ਉਹ ਲੇਡੀ ਇੰਨੀ ਚੰਗੀ ਸੀ, ਮੈਨੂੰ ਕਹਿੰਦੀ ਵੀ ਹੁਣ ਤੂੰ ਪੱਕਾ ਵੀ ਹੋ ਗਿਆ।
ਤੇ ਤੂੰ ਮੇਰੇ ਨਾਲ ਤਲਾਕ ਲੈ ਲੈ। ਅੱਛਾ, ਕਹਿੰਦੇ ਉਨੀ ਦੇਰ ਚ ਮੈਂ ਜਦੋਂ ਪੱਕਾ ਹੋ ਗਿਆ, ਉਸ ਤੋਂ ਬਾਅਦ ਉੱਥੇ ਮੈਂ ਰੈਸਟੋਰੈਂਟ ਬਣਾ ਲਿਆ, ਦੋਨਾਂ ਦੀ ਮਿਹਨਤ ਨਾਲ ਬਣਿਆ ਤੇ ਰੈਸਟੋਰੈਂਟ ਪ੍ਰੋਪਰ ਚੱਲਿਆ। ਤੇ ਮੈਨੂੰ ਉਹਨੇ ਕਿਹਾ ਵੀ ਤੂੰ ਮੇਰੇ ਨਾਲ ਤਲਾਕ ਲੈ, ਕਿਉਂਕਿ ਮੈਂ ਅੱਗੋਂ ਤੇਰੇ ਲਈ ਤੇਰਾ ਵੰਸ਼ ਅੱਗੇ ਨਹੀਂ ਵਧਾ ਸਕਦੀ, ਪ੍ਰੋਬਲਮ ਹੈ ਮੈਨੂੰ। ਤੂੰ ਇੰਡੀਆ ਜਾ, ਆਪਣੇ ਮਾਪਿਓ ਦੀ ਮਰਜ਼ੀ ਨਾਲ ਜਾਂ ਆਪਣੀ ਮਰਜ਼ੀ ਨਾਲ ਉੱਥੋਂ ਜਾਂ ਤੂੰ ਇੱਥੇ ਅਮਰੀਕਾ 'ਚ ਵੀ ਤੂੰ ਵਿਆਹ ਕਰਾ ਦੂੰਗਾ, ਤੇ ਜਦ ਤੱਕ ਤੂੰ ਨਹੀਂ ਆਉਂਦਾ ਤੇਰੇ ਆਉਣ ਤੱਕ ਤੇਰਾ ਰੈਸਟੋਰੈਂਟ ਵੀ ਮੈਂ ਸਾਂਭੂਗੀ। ਤੇ ਟੋਟਲ ਕਹਿੰਦੇ ਜੋ ਵੀ ਪੈਸੇ ਬਣੇ ਉਹਨੇ ਬਿਲਕੁਲ ਐਨ ਪੱਕੇ ਅੱਧੋ ਅੱਧ ਕਰਕੇ ਕਿ ਜਾਂ ਤੂੰ ਰੱਖ ਲੈ ਤੇ ਜਾਂ ਦੋ ਢੇਰੀਆਂ ਲਾਤੀਆਂ ਇੱਕੋ ਜੀਆਂ। ਤੇ ਜਾਣ ਤੋਂ ਪਹਿਲਾਂ ਕਹਿੰਦਾ ਬਸ ਇੱਕ ਵਾਰੀ ਗੱਲ ਆ ਕੇ ਰੋਕ ਕੇ ਗਈ, ਉਸ ਤੋਂ ਬਾਅਦ ਮੈਨੂੰ ਨਹੀਂ ਮਿਲੀ ਉਹ ਕਿੱਥੇ ਗਈ। ਤੇ ਮੈਨੂੰ ਪੱਕਿਆਂ ਵੀ ਕਰਾ ਕੇ ਗਈ ਮੇਰੇ ਵਿਆਹ ਵਾਸਤੇ। ਮਤਲਬ ਇੱਕ ਵਾਰੀ ਇੰਡੀਆ ਵੀ ਕਹਿੰਦੇ ਮੇਰੇ ਨਾਲ ਆਈ ਆ ਉੱਥੇ ਇੰਡੀਆ ਆ ਕੇ, ਕਿਉਂਕਿ ਉਹ ਪ੍ਰੋਸੀਜਰ ਸੀ ਕੰਪਲੀਟ, ਕਿਉਂਕਿ ਮੈਂ ਡੌਂਕੀ ਦੇ ਰਸਤੇ ਗਿਆ ਸੀ, ਮੇਰੀ ਆਇਡੈਂਟੀਟੀ ਇੱਥੇ ਹੋਣੀ ਸੀ। ਇੱਥੇ ਉਹਨੇ ਅਮਰੀਕਾ ਨੂੰ ਉਦੋਂ ਉਸ ਜ਼ਮਾਨੇ 'ਚ ਚਿੱਠੀਆਂ ਪਾ ਕੇ ਫੋਨ ਕਰਕੇ ਮੇਰੀ ਅਪਾਇੰਟਮੈਂਟ ਵੀ ਕਲਕੱਤੇ ਦੀ ਲਿੱਤੀ ਗਈ, ਜਿਹੜਾ ਮੈਨੂੰ ਇੱਥੇ ਦਿੱਲੀ 6 ਮਹੀਨੇ ਲੱਗਣੇ ਆ, ਕਲਕੱਤੇ ਮੈਨੂੰ, ਕਿਉਂਕਿ ਇੱਕ ਵਾਰੀ ਕੰਟਰੀ 'ਚੋਂ ਬਾਹਰ ਜਾਣਾ ਪੈਂਦਾ ਜਦੋਂ ਤੁਹਾਡਾ ਇਹ ਪ੍ਰੋਸੈਸ ਚੱਲਦਾ ਹੈ। ਤੇ ਕਹਿੰਦੇ ਅਸੀਂ ਪਲਾਨ ਕੀਤਾ ਇੰਡੀਆ 'ਚ ਆ ਜਾਈਏ। ਮਤਲਬ ਉਸ ਲੇਡੀ ਨੇ ਮਦਦ ਵੀ ਕੀਤੀ, ਮਦਦ ਕਰਨ ਤੋਂ ਬਾਅਦ ਉਹਨੂੰ ਪੱਕਿਆਂ ਕਰਾਇਆ ਲਿਆ। ਫਿਰ ਮੈਂ ਨਵੀਂ ਸ਼ਾਦੀ ਕੀਤੀ, ਉਸ ਤੋਂ ਬਾਅਦ ਬੇਟੀ ਬੇਟੇ ਸਾਰੇ ਅੱਗੋਂ ਪਰਿਵਾਰ ਚੱਲਿਆ। ਪਰ ਇਹ ਸਾਰੇ ਗੱਲਬਾਤ ਦੇ ਦੌਰਾਨ ਕਹਿੰਦੇ ਮੈਂ ਬੜੇ ਪੈਸੇ ਆਪਣੇ ਭਰਾਵਾਂ ਨੂੰ ਇੰਡੀਆ 'ਚ ਭੇਜੇ। ਹੁਣ ਉਸ ਕੇਸ 'ਚ ਕੀ ਹੋਇਆ, ਮੈਂ ਕੀ ਮਤਲਬ ਪਲੀ ਲਿੱਤੀ ਗਰਾਊਂਡ। ਮੈਂ ਉਹਨਾਂ ਨਾਲ ਜਦੋਂ ਕੇਸ ਡਿਸਕਸ ਕਰਨਾ ਸ਼ੁਰੂ ਕੀਤਾ, ਮੈਂ ਕਿਹਾ ਭਾਜੀ ਮੈਨੂੰ ਆਪਣੇ ਪੈਦਾ ਹੋਣ ਤੋਂ ਜਾਂ ਪੈਦਾ ਹੋਣ ਤੋਂ ਪਹਿਲਾਂ ਜਦੋਂ ਵੀ ਤੁਹਾਡੇ ਪਾਪਾ ਨੇ ਕੋਈ ਜ਼ਮੀਨ ਖਰੀਦੀ ਸੀ, ਮੈਨੂੰ ਉੱਥੋਂ ਸ਼ੁਰੂ ਕਰੋ ਜ਼ਿੰਦਗੀ। ਤੇ ਜੇ ਭਾਜੀ ਆਪ 80 ਸਾਲਾਂ ਦੇ ਆ ਤਾਂ ਮੈਨੂੰ ਕਿੰਨੇ ਸੰਤ ਉਹਨਾਂ ਨੇ ਆਪਣੀ ਸਟੋਰੀ ਸੁਣਾਈ। ਕਹਿੰਦੇ ਸੁਨੀਲ ਵੀਰ, ਜਦੋਂ ਮੈਂ 6 ਮਹੀਨਿਆਂ ਦਾ ਸੀ ਤੇ ਮੇਰੇ ਪਾਪਾ ਨੇ ਇੱਕ ਲੈਂਡ ਖਰੀਦੀ ਸੀ। ਉਸ ਤੋਂ ਬਾਅਦ ਜਦੋਂ ਮੈਂ ਫੋਰਨ ਗਿਆ, ਉਸ ਤੋਂ ਬਾਅਦ ਸਾਰੀ ਪ੍ਰਾਪਰਟੀ ਖਰੀਦੀ ਗਈ ਹੈ। ਤੇ ਮੇਰੇ ਬਾਕੀ ਭੈਣੋ ਜਾਂ ਜਿਹੜੇ ਵੀ ਅਸੀਂ ਸੰਦ ਲਏ, ਜੇ ਅਸੀਂ ਕੰਬਾਈਨ ਲਿੱਤੀ, ਟਰੈਕਟਰ ਲਿੱਤਾ ਜਾਂ ਹੋਰ ਵੀ ਐਗਰੀਕਲਚਰ ਇੰਪਲੀਮੈਂਟਸ ਲਿੱਤੇ, ਤੇ ਮੇਰੇ ਫੋਰਨ ਜਾਣ ਤੋਂ ਬਾਅਦ ਹੈ। ਤੋ ਆਲਮੋਸਟ ਮੈਂ ਕਹੂੰਗਾ ਕਿ ਇਟ ਇਜ਼ ਸਫੀਸ਼ੀਐਂਟ ਗਰਾਊਂਡ ਟੂ ਪ੍ਰੂਵ ਅਸੀਂ ਦੋਵੇਂ ਭੈਣ ਭਰਾਵਾਂ ਸਕੇ ਆ। ਤੇ ਤੁਸੀਂ ਫੋਰਨ ਚਲ ਗਏ, ਜੇ ਤੁਹਾਡੇ ਫੋਰਨ ਜਾਣ ਤੋਂ ਬਾਅਦ ਮੈਂ ਕੋਠੀ ਵੀ ਖਰੀਦ ਦਿੰਦੇ ਆ, ਤੇ ਮੇਰਾ ਸੰਦ ਵੀ ਘਰ ਦੇ ਬਣਾ ਰਹੇ ਨੇ, ਪੈਸੇ ਕਿੱਥੋਂ ਆ ਰਹੇ? ਇਨਕਮ ਤਾਂ ਪਹਿਲਾਂ ਵੀ ਘਰ ਦੀ ਉਹੀ ਸੀ, ਪਹਿਲਾਂ ਉਹੀ ਸੀ, ਇਨਕਮ ਵਧੀ ਹੈ ਤਾਂ ਹੀ ਹਾਂ। ਜੇ ਇਨਕਮ ਸਪੇਅਰ ਹੋਈ ਹੈ ਤੇ ਸਾਰਾ ਕੁਝ ਹੋਇਆ। ਤੇ ਕਹਿੰਦੇ ਨੋ ਡਾਊਟ ਮੇਰੇ ਭਰਾਵਾਂ, ਮੈਂ ਇੱਕ ਵਾਰੀ ਆਇਆ 4 ਲੱਖ ਲੈ ਕੇ ਆਇਆ, ਮੇਰੇ ਭਰਾਵਾਂ ਨੇ ਕਹਿਤਾ ਸੀ ਆਰਤੀ ਨੂੰ ਦੇਤੇ ਆ। ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ, ਮੇਰਾ ਭਰਾ ਹੀ ਨਹੀਂ, ਕੀ ਫਰਕ ਪੈਂਦਾ। ਪਰ ਕਹਿੰਦੇ ਅੱਜ ਜਦੋਂ ਮੈਂ ਆਪਣੇ ਹੁਣ ਬੱਚਿਆਂ ਦਾ ਵਿਆਹ ਕਰਨਾ ਹੈ, ਮੈਂ ਜੋ ਇਨਵੈਸਟਮੈਂਟ ਕੀਤੀ ਸੀ ਕਿ ਚਲੋ ਮੇਰੀਆਂ ਕੁੜੀਆਂ ਨੇ, ਮੈਂ ਉਹਨਾਂ ਦਾ ਵਿਆਹ ਕਰਨਾ, ਮੈਂ ਚੰਗਾ ਕਰ ਪਾਵਾਂ। ਮਤਲਬ ਇੱਥੋਂ ਦੇ ਭਰਾਵਾਂ ਦਾ ਖੂਨ ਇੰਨਾ ਕੁ ਸਫੇਦ ਹੋ ਗਿਆ ਕਿ ਉਹਨਾਂ ਨੇ ਜਦੋਂ ਉਹਨਾਂ ਦੇ ਪਾਪਾ ਦੀ ਡੈਥ ਹੋਈ ਹੈ, ਉਹਨਾਂ ਨੇ ਉਹਨਾਂ ਨੂੰ ਉਹ ਤੱਕ ਇੰਟੀਮੇਸ਼ਨ ਨਹੀਂ ਭੇਜੀ ਜੀ। ਇਹਨੇ ਇਨਸਾਨ ਨਿਕਲੇ, ਇਹਨੇ ਗਲਤ ਔਰ ਇਹਨੇ ਮਤਲਬ ਚਿੱਟੇ ਨੇ ਮਾੜਾ ਕੰਮ ਕੀਤਾ, ਕਿਉਂਕਿ ਇਹਨਾਂ ਭੈਣ ਭਰਾ ਨਾਲ ਦੇ ਜੰਮੇ। ਫਿਰ ਅਗਲੀ ਗੱਲ ਦੱਸਦਾ, ਫਿਰ ਜਿਹੜਾ ਮੇਰੇ ਤੋਂ ਪਹਿਲਾਂ ਜਿਹੜੇ ਵਕੀਲ ਸਾਹਿਬ ਨੇ ਕੇਸ ਲੜਿਆ ਸੀ, ਉਹਦੇ 'ਚ ਜਿਹੜੀ ਪੇਪਰ ਲੱਗੇ, ਪੇਪਰ ਨੂੰ ਤਸਦੀਕ ਕਰਨ ਵਾਸਤੇ ਇੱਕ ਲੇਡੀ ਗਵਾਹ ਆਈ। ਉਹ ਕਹਿੰਦੀ ਮੇਰਾ ਘਰ ਵਾਲਾ ਅੰਗੂਠਾ ਛਾਪ ਸੀ, ਉਹਨੂੰ ਸਾਈਨ ਹੀ ਨਹੀਂ ਸੀ ਕਰਨੇ ਆਉਂਦੇ, ਪਰ ਉੱਥੇ ਕਾਗਜ਼ ਤੇ ਸਾਈਨ ਹੋਏ ਸੀ। ਅੱਛਾ, ਇੱਕ ਹੋਰ ਇਹਦੀ ਗੱਲ ਸੀ, ਭਾਜੀ ਦੇ ਪਾਪਾ ਨੇ ਆਪਣੇ ਜੀਂਦਿਆਂ ਜੀ ਸਾਰੀ ਪ੍ਰਾਪਰਟੀ 3 ਮੁੰਡਿਆਂ ਨੂੰ ਬਰਾਬਰ ਵੰਡ ਕੇ ਗਏ ਸੀ। ਠੀਕ ਹੈ, 3 ਮੁੰਡਿਆਂ ਨੂੰ ਉਹ ਪੇਪਰ ਵੀ ਗਏ, ਸਾਈਨ ਹੈਗੇ ਉਹਦੇ ਤੇ, ਮੇਰੇ ਭਾਜੀ ਦੇ ਵੀ ਤੇ ਉਹਨਾਂ ਦੇ ਭਰਾਵਾਂ ਦੇ ਵੀ। ਉਹ ਪੇਪਰ ਨੂੰ ਬਿਨਾਂ ਵਿਖਾਇਆ ਝੂਠੇ ਕਾਗਜ਼ ਤਿਆਰ ਕਰਕੇ, ਜਿਸ ਨੰਬਰਦਾਰ ਵੱਲੋਂ ਝੂਠੇ ਕਾਗਜ਼ ਤਿਆਰ ਕੀਤੇ ਉਹਦੀ ਮੌਤ ਹੋ ਚੁੱਕੀ ਸੀ, ਉਹਦੀ ਘਰ ਦੀ ਨੂੰ ਕੋਰਟ 'ਚ ਲਿਆਂਦਾ ਗਿਆ। ਕੋਰਟ 'ਚ ਉਹਦੇ ਕੋਲ ਸਵਾਲ ਪੁੱਛੇ ਗਏ ਕਿ ਮੈਡਮ ਭੈਜੀ ਆ ਜਿਹੜੇ ਸਾਈਨ ਆ ਜਿਹੜੇ ਤੁਹਾਡੇ ਨੰਬਰਦਾਰ ਦੇ, ਇਹ ਸਾਈਨ ਤੁਹਾਡੇ ਨੰਬਰਦਾਰ ਦੇ? ਕਹਿੰਦੇ ਮੈਨੂੰ ਪਤਾ ਨਹੀਂ ਉਹ ਸਾਈਨ ਕਰਦਾ ਸੀ ਕਿ ਅੰਗੂਠਾ ਲਾਉਂਦਾ ਸੀ। ਅੱਛਾ, ਫਿਰ ਉਹਨੂੰ ਸਵਾਲ ਪੁੱਛਿਆ ਗਿਆ, ਮਤਲਬ ਉਹਦੇ ਵਿੱਚ ਵੀ ਪ੍ਰੂਫ ਹੁੰਦਾ ਸੀ ਕਿ ਉਹ ਅੰਗੂਠਾ ਲਾਉਂਦਾ ਸੀ। ਕਿੰਨੀ ਬਰੀਕੀ ਨਾਲ ਚੀਜ਼ਾਂ ਜਾਣਾ ਪੈਂਦਾ ਜੀ। ਔਰ ਉਹ ਜਦੋਂ ਅਸੀਂ ਪੂਰੀ 600-700 ਪੇਜਾਂ ਦੀ ਫਾਈਲ ਪੜ੍ਹੀ, ਉਹਦੇ ਵਿੱਚੋਂ ਅਸੀਂ ਪੁਆਇੰਟ ਕੱਢੇ, ਪੁਆਇੰਟ ਕੱਢ ਕੇ ਫਿਰ ਅਸੀਂ ਆਪਣੇ ਭਾਜੀ ਨਾਲ ਡਿਸਕਸ ਕੀਤੇ, ਤੇ ਕਹਿੰਦੇ ਵਕੀਲ ਸਾਹਿਬ ਮੰਨ ਗਿਆ ਤੁਹਾਨੂੰ ਮੈਂ, ਕਿਉਂਕਿ ਜਿਹੜੇ ਕਾਗਜ਼ਾਂ ਵਿੱਚ ਜਦੋਂ ਤੁਹਾਡੇ ਗਵਾਹੀਆਂ ਬਿਆਨ ਹੁੰਦੇ ਆ ਨਾ, ਤੇ ਤੁਹਾਡੀਆਂ ਕਈ ਐਸੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਸਮਝ ਆ ਜਾਂਦੀਆਂ, ਲਿਖੀਆਂ ਨਹੀਂ ਹੁੰਦੀਆਂ ਪਰ ਸਮਝ ਆ ਜਾਂਦੀਆਂ। ਅਸੀਂ ਵਕੀਲ ਹੋਣ ਦੇ ਨਾਤੇ ਫਿਰ ਉਹ ਸਵਾਲ ਪੁੱਛਦੇ ਆ ਆਪਣੇ ਕਲਾਇੰਟ ਨੂੰ, ਤੇ ਉੱਥੋਂ ਫਿਰ ਹੁਣ ਅਸੀਂ ਉਹਦੀ ਅਪੀਲ ਪਾਈ ਹੈ। ਹੁਣ ਉਹ ਅਪੀਲ ਸਾਡੀ ਐਡਮਿਟ ਹੋਈ ਹੈ, ਕਰੋਨਾ ਕਰਕੇ ਥੋੜੀ ਪੈਂਡਿੰਗ ਚੱਲਦੀ ਪਈ ਹੈ। 12 ਤਰੀਕ ਸੀ ਪਿਛਲੀ, ਅੱਗੋਂ ਵੀ ਅਸੀਂ ਕੰਟੈਸਟ ਕਰ ਰਹੇ ਹਾਂ। ਸੋ ਕਹਿਣ ਦਾ ਭਾਵ ਹੈ ਟਾਈਮ ਲੱਗੇਗਾ, ਪਰ ਅਸੀਂ ਹੱਕ ਦਵਾ ਦਾਂਗੇ ਭਾਜੀ। ਬਿਲਕੁਲ, ਸੋ ਹੱਕ ਮਿਲੂਗਾ ਜ਼ਰੂਰ, ਸਮਾਂ ਲੱਗੂਗਾ। ਅੱਛਾ, ਮਤਲਬ ਹਰ ਚੀਜ਼ ਦਾ ਸੋਲੂਸ਼ਨ ਹੈਗਾ ਜੀ, ਹੈਗਾ। ਦੇਖੋ ਟਾਈਮ ਲੱਗਣਾ ਹੈ, ਕਾਨੂੰਨੀ ਤੌਰ ਤੇ ਚੱਲਦੇ ਰਹੋ।
ਰਸਤਾ ਇਹ ਪੱਕਾ ਹੈ, ਇੱਟ ਵਰਗਾ, ਇੱਟ ਵਰਗਾ ਪੱਕਾ ਹੈ। ਜੇ ਤੁਸੀਂ ਉਹਦੇ 'ਚ ਕੋਈ ਬੇਈਮਾਨੀ ਕਰਦੇ ਹੋ, ਕੋਈ ਗਲਤੀ ਕਰਦੇ ਹੋ ਜਾਂ ਸਾਹਮਣੇ ਵਾਲਾ ਕਰਦਾ ਹੈ, ਤੇ ਦਫਾ 340 'ਚ ਅਸੀਂ ਉਹਦੇ ਖਿਲਾਫ ਕੋਰਟ ਨੂੰ ਧੋਖਾ ਦੇਣ ਦਾ ਵੀ ਕੇਸ ਪਾਉਣੇ ਆ ਜੀ। ਛੱਡਦੇ ਨਹੀਂ। ਹਾਂਜੀ, ਜੇ ਤੁਹਾਨੂੰ ਕੋਈ ਤੰਗ ਕਰ ਰਿਹਾ, ਨਜਾਇਜ਼ ਤੰਗ ਕਰ ਰਿਹਾ, ਤਾਂ ਉਹਨੂੰ ਵੀ ਉਹਦੀ ਸਜ਼ਾ ਮਿਲਣੀ ਚਾਹੀਦੀ। ਮਿਲਦੀ ਹੈ ਜੀ, ਮਿਲਦੀ ਹੈ। ਕੋਰਟਸ ਬਹੁਤ ਸਖਤ ਨੇ ਇਹਦੇ ਤੇ। ਜਦੋਂ ਕੋਈ ਬੰਦਾ ਪਤਾ ਲੱਗ ਜਾਂਦਾ ਕਿ ਸੁਨੀਲ ਮੰਨਾ ਨੇ ਫਰੋਡੀਆ ਹੈ, ਇਹਦਾ ਕੰਮ ਹੀ ਉਹ ਕੁਛ ਹੀ ਹੈ, ਕੋਰਟ ਪਹਿਲਾਂ ਮੈਨੂੰ ਪੂਰਾ ਮੌਕਾ ਦੇਗੀ ਆਪਣੇ ਆਪ ਨੂੰ ਸੱਚਾ ਪ੍ਰੂਵ ਕਰ ਲੈ, ਤੁਹਾਨੂੰ ਵੀ ਪੂਰਾ ਮੌਕਾ ਦੇਗੀ। ਪਰ ਕੋਰਟ ਦੀਆਂ ਵੀ ਅੱਖਾਂ ਨੇ, ਕੋਰਟ ਦਾ ਵੀ ਦਿਲ ਹੈ, ਕੋਰਟ ਦਾ ਦਿਮਾਗ ਹੈ। ਦੇਖੋ ਇੱਕ ਛੋਟੀ ਜਿਹੀ ਗੱਲ, ਸਾਡੇ ਇੰਡੀਅਨ ਕੋਰਟ ਦਾ ਕੀ ਪ੍ਰੋਸੀਜਰ ਹੈ ਕਿ ਐਵਰੀ 3 ਈਅਰ देयर इज अ ਨਿਊ ਜੱਜ। ਉਹ ਬਦਲਦਾ ਕਿਉਂ ਹੈ? ਕਿ ਮੰਨ ਲਓ ਇੱਕ ਜੱਜ ਜਿਹੜਾ ਸਾਹਮਣੇ ਬੈਠਾ, ਮੰਨ ਲਓ ਮੇਰੇ ਨਾਲ ਹੀ ਸੈੱਟ ਹੋ ਗਿਆ ਜਾਂ ਮੇਰੇ ਨਾਲ ਪਸੀਜ ਗਿਆ, ਉਹ ਗੈਰ ਕਾਨੂੰਨੀ ਕੰਮ ਨਾ ਕਰ ਜੇ, ਗਲਤੀ ਨਾਲ ਵੀ ਨਾ ਕਰ ਜੇ। ਠੀਕ, ਇਸ ਕਰਕੇ ਸਾਡਾ ਇੰਨਾ ਬਿਊਟੀਫੁਲ ਸਿਸਟਮ ਹੈ ਕਿ ਹਰ 3 ਸਾਲ ਬਾਅਦ ਸਾਡੇ ਜੱਜ ਸਾਹਿਬ ਬਦਲਦੇ ਆ, ਨਵੇਂ ਜੱਜ ਸਾਹਿਬ ਉਸ ਫਾਈਲ ਨੂੰ ਆਪਣੇ ਤਰੀਕੇ ਪੜ੍ਹਦੇ ਆ, ਤਾਂ ਕਿ ਕੋਈ ਲਕੂਨਾ ਬਚੇ ਹੀ ਨਾ, ਹੱਕ ਰਸੀ ਹੋ ਸਕੇ। ਨੋ ਡਾਊਟ ਗਲਤੀ ਵੀ ਹੁੰਦੀ ਹੈ, ਗਲਤੀ ਮਤਲਬ ਇਨਸਾਨ ਕੋਲ ਨਹੀਂ ਹੋਣੀ ਹੈ, ਹੋਣਾ ਵੀ ਇੱਕ ਪਹਿਲੂ ਹੈ ਜ਼ਿੰਦਗੀ ਦਾ। ਬਟ ਬਹੁਤ ਰੇਅਰ, ਕਚਹਿਰੀ 'ਚ, ਕੋਰਟ 'ਚ ਬਹੁਤ ਰੇਅਰ ਗਲਤੀ। ਜਦੋਂ ਤੁਸੀਂ ਇੰਨੀ ਬਰੀਕੀ ਨਾਲ ਚੀਜ਼ਾਂ ਨੂੰ ਕਰਦੇ ਹੋ ਤਾਂ ਫਿਰ ਇੱਕ ਗਲਤੀ ਹੋਣ ਦੀ ਵੈਸੇ ਗੁੰਜਾਇਸ਼ ਰਹਿੰਦੀ ਨਹੀਂ ਹੈ। ਹੁੰਦੀ ਹੈ, ਮੈਂ ਦੱਸਦਾ ਕਿੱਦਾਂ ਹੁੰਦੀ ਹੈ। ਮੰਨ ਲਓ ਮੈਂ ਉਹ ਗਲਤੀ ਉਹਦੇ ਚੀਜ਼ਾਂ ਤੇ ਲੱਭ ਲਈਆਂ, ਪਰ ਮੈਂ ਕੋਰਟ ਨੂੰ ਪ੍ਰੋਪਰ ਐਡਰੈਸ ਹੀ ਨਹੀਂ ਕਰ ਪਾਇਆ, ਸਮਝਾ ਹੀ ਨਹੀਂ ਪਾਇਆ। ਦੇਖੋ ਕੋਰਟ ਨੂੰ ਅਸੀਂ ਜਾ ਕੇ ਕਹਿੰਦੇ ਮਾਈ ਲਾਰਡ, ਇਹਦਾ ਮਤਲਬ ਅਸੀਂ ਕਹਿੰਦੇ ਰੱਬ, ਤੇ ਰੱਬ ਨੂੰ ਯਾਦ ਕਰਾਉਣਾ ਪੈਂਦਾ ਕਿ ਮੈਂ ਵੀ ਤੇਰਾ ਜੰਮਿਆ ਬੱਚਾ ਵਾਂ, ਤੇ ਮੇਰੇ ਆਹ ਹੱਕ ਸੀ, ਆਹ ਥਾਵਾਂ ਤੇ ਆਹ ਲਿਖਿਆ, ਮੈਨੂੰ ਆਹ ਚੀਜ਼ ਲੈ ਦੇ। ਅਸੀਂ ਮੰਦਰ ਗੁਰਦੁਆਰੇ ਜਾ ਕੇ ਅਰਦਾਸ ਕਰਦੇ ਹਾਂ ਕਿ ਰੱਬਾ ਕੋਠੀ ਪਵਾ ਦੇ। ਇਸੇ ਤਰ੍ਹਾਂ ਜੱਜ ਸਾਹਿਬ ਕੋ ਜਾ ਕੇ ਵੀ ਤੁਸੀਂ ਆਪਣੀ ਫਾਈਲ ਦੇ ਕੰਟੈਂਟ ਪ੍ਰੋਪਰਲੀ ਰੱਖੋ। ਜਦੋਂ ਤੁਸੀਂ ਆਪਣੇ ਫਾਈਲ ਦੇ ਕੰਟੈਂਟ ਪ੍ਰੋਪਰਲੀ ਰੱਖਦੇ ਹੋ ਤੇ ਤੁਹਾਨੂੰ ਹੱਕ ਮਿਲਦਾ ਹੈ ਜੀ। ਠੀਕ ਹੈ, ਜੋ ਜੈਨੂਨ ਹੋਏਗਾ। ਜੇ ਗਲਤ ਹੋਏਗਾ ਤਾਂ ਨਹੀਂ ਮਿਲੇਗਾ, ਇਹ ਵੀ ਯਾਦ ਰੱਖਣਾ। ਝੂਠੀਆਂ ਗਰਾਊਂਡਾਂ ਤੇ ਕੁਝ ਨਹੀਂ ਮਿਲਣਾ, ਸੱਚੀਆਂ ਗਰਾਊਂਡਾਂ ਤੇ ਸਭ ਕੁਝ ਮਿਲਦਾ ਹੈ। ਔਰ ਜੇ ਮੰਨ ਲਓ ਥਰਡੀ ਕੋਰਟ ਕੋਲੋਂ ਕੋਈ ਗਲਤੀ ਹੋ ਗਈ ਹੈ ਜਾਂ ਤੁਸੀਂ ਸੈਟੀਸਫਾਈਡ ਨਹੀਂ ਹੋ, ਤੇ ਉਹਦੀ ਅਪੀਲ ਪਾਉਣ ਦਾ ਜ਼ਰੀਆ ਜੀ ਉਸ ਤੋਂ ਉੱਪਰਲੀ ਕੋਰਟ 'ਚ, ਫਿਰ ਉਸ ਤੋਂ ਸੈਸ਼ਨ ਕੋਰਟ 'ਚ ਆ ਜਾਓਗੇ, ਸੈਸ਼ਨ ਤੋਂ ਬਾਅਦ ਤੁਸੀਂ ਹਾਈ ਕੋਰਟ ਆ ਜਾਓਗੇ, ਹਾਈ ਤੋਂ ਬਾਅਦ ਸੁਪਰੀਮ ਕੋਰਟ ਆ ਜਾਓਗੇ, ਨੋ ਡਾਊਟ, ਪਰ ਉਹਦਾ ਹੱਕ ਤੁਹਾਨੂੰ ਮਿਲ ਕੇ ਰਹੇਗਾ। ਔਰ ਇੱਕ ਹੋਰ ਗੱਲ ਦੱਸਦੇ ਆਪਣੇ ਭੈਣ ਭਰਾਵਾਂ ਨੂੰ, ਜਦੋਂ ਤੁਸੀਂ ਕੇਸ ਜਿੱਤ ਜਾਂਦੇ ਹੋ ਤਾਂ ਤੁਹਾਡੇ ਕੋਲ ਇੱਕ ਹੋਰ ਪਾਵਰ ਹੁੰਦੀ ਹੈ, ਹੁਣ ਤੱਕ ਹੋਏ ਸਾਰੇ ਖਰਚਿਆਂ ਦੀ ਰਿਕਵਰੀ ਜੀ, ਸਮੇਂ ਦੀ ਰਿਕਵਰੀ ਦਾ ਹਰਜਾਨਾ ਦੂਜੀ ਪਾਰਟੀ ਕੋਲ ਲੈ ਜਾਓ ਜੀ। ਕਿੰਨੀਆਂ ਅੱਜ ਮੈਨੂੰ ਲੱਗਦਾ ਜਾਣਕਾਰੀ ਵਾਲੀਆਂ ਗੱਲਾਂ ਤੁਹਾਨੂੰ ਤੇ ਮੈਨੂੰ ਸਾਨੂੰ ਜਾਣਨ ਨੂੰ ਜ਼ਰੂਰ ਮਿਲੀਆਂ ਹੋਣਗੀਆਂ। ਸੋ ਇਸੇ ਤਰੀਕੇ ਦੇ ਨਾਲ ਤੁਹਾਨੂੰ ਹੋਰ ਵੀ ਜਾਣਕਾਰੀਆਂ ਲਗਾਤਾਰ ਜਿਹੜੀਆਂ ਦਿੰਦੇ ਰਵਾਂਗੇ। ਅੱਜ ਤੁਸੀਂ ਸਾਡੇ ਨਾਲ ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ। ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਪਿੱਛੇ ਮੁੱਦਾ, ਮੇਨ ਫੋਕਸ ਸਾਡਾ ਇਹੀ ਹੈ ਕਿ ਤੁਸੀਂ ਸ਼ਾਰਟਕਟ ਵੱਲ ਬਿਲਕੁਲ ਨਾ ਭੱਜੋ, ਏਜੰਟਾਂ ਵੱਲ ਬਿਲਕੁਲ ਨਾ ਜਾਓ, ਸਹੀ ਸਲਾਹ ਲਿਆ ਕਰੋ। ਭਾਵੇਂ ਵਕਫਾ ਥੋੜਾ ਲੰਬਾ ਲੱਗ ਜਾਵੇ, ਸਮਾਂ ਥੋੜਾ ਵੱਧ ਲੱਗ ਜਾਵੇ, ਲੇਕਿਨ ਨਾ ਤੁਸੀਂ ਖੱਜਲ ਹੋ ਤੇ ਨਾ ਤੁਹਾਡਾ ਪਰਿਵਾਰ ਖੱਜਲ। ਹੱਥ ਦੀਆਂ ਬੰਨੀਆਂ ਦੰਦਾਂ ਨਾਲ ਖੋਲਣੀਆਂ ਪੈਣੀਆਂ, ਇਹ ਯਾਦ ਰੱਖਿਓ। ਸਾਡੇ ਬਜ਼ੁਰਗ ਇਹ ਕਹਾਣੀਆਂ, ਕਵਿਤਾਵਾਂ, ਅਖਾਣਾਂ ਸਾਨੂੰ ਦੱਸਦੇ ਰਹੇ ਨੇ, ਤੇ ਕਿਸੇ ਵੇਲੇ ਤੇ ਅੱਜ ਕੱਲ ਇਹੋ ਜਿਹੀਆਂ ਗੰਢਾਂ ਨੇ ਕਿ ਹੱਥਾਂ ਨਾਲ, ਦੰਦਾਂ ਨਾਲ ਵੀ ਨਹੀਂ ਖੁੱਲਦੀਆਂ, ਮੁੜ ਕੇ ਕੈਂਚੀ ਨਾਲ ਵੱਢਣਾ ਹੀ ਪੈਂਦਾ ਹੈ ਜੀ। ਬਿਲਕੁਲ। ਸੋ ਕਹਿਣ ਦਾ ਭਾਵ ਹੈ ਕਿ ਬਹੁਤ ਵੱਡੇ ਨੁਕਸਾਨ 'ਚ ਜਾਂਦੇ ਹੋ ਜਦੋਂ ਤੁਸੀਂ ਕੋਈ ਵੀ ਇਲੀਗਲ ਕੰਮ ਕਰਦੇ ਹੋ। 2003 'ਚ ਮੈਂ ਦੱਸਿਆ ਸੀ ਪਿਛਲੇ ਪ੍ਰੋਗਰਾਮ 'ਚ, ਪਟਵਾਰੀ ਨੇ 2003 'ਚ ਬੇਈਮਾਨੀ ਕੀਤੀ, 2013 'ਚ ਉਹਦੇ ਤੇ ਮੁਕੱਦਮਾ ਦਰਜ ਹੋਇਆ, 10 ਸਾਲਾਂ ਬਾਅਦ ਉਹ ਭੁੱਲ ਵੀ ਚੁੱਕਾ ਹੋਏਗਾ ਕਿ ਉਹਨੇ ਫਰਦ ਜਾਰੀ ਕੀਤੀ ਸੀ, ਤੇ 2018-19 'ਚ ਉਹ ਬੰਦੇ ਦੀ ਡੈਥ ਹੁੰਦੀ ਹੈ ਡਿਊਰਿੰਗ ਟ੍ਰਾਇਲ, ਯਾਨੀ ਕਿ ਉਹ 10 ਸਾਲ ਟ੍ਰਾਇਲ ਵੀ ਫੇਸ ਕਰਦਾ ਹੈ, ਤੇ ਡਿਪਾਰਟਮੈਂਟ ਤੋਂ ਵੀ ਸਸਪੈਂਡ ਰਹਿੰਦਾ ਹੈ, ਸੁਸਾਇਟੀ 'ਚ ਵੀ ਆਪਣੀ ਬੇਇੱਜ਼ਤੀ ਕਰਾਉਂਦਾ ਹੈ। ਔਰ ਕੀ ਖੱਟ ਕੇ ਲੈ ਗਿਆ ਉਹ ਬੰਦਾ, ਉਹਨੂੰ ਪਤਾ ਸੀ ਪਰਿਵਾਰ ਵਾਸਤੇ, ਸਾਰੇ ਪਰਿਵਾਰ ਵਾਸਤੇ ਕਲੰਕ। ਬੇਇੱਜ਼ਤੀ ਤੇ ਬੜਾ ਛੋਟਾ ਸ਼ਬਦ ਹੈ, ਕਲੰਕ। ਸੋ ਯਾਦ ਰੱਖੋ, ਗੈਰ ਕਾਨੂੰਨੀ ਕੰਮ ਕੀਤਾ ਸਾਹਮਣੇ ਆਂਦਾ ਜੇ, ਕਹਿੰਦੇ ਨਾ ਇਸ਼ਕ ਤੇ ਮੁਸ਼ਕ ਛੁਪਾਇਆ ਨਹੀਂ ਛੁਪਦੇ, ਮੈਂ ਕਿਹਾ ਇਹ ਨਹੀਂ ਛੁਪਦੇ। ਇਸੇ ਤਰ੍ਹਾਂ ਗੈਰ ਕਾਨੂੰਨੀ ਕੰਮ ਵੀ ਇਸ਼ਕ ਤੇ ਮੁਸ਼ਕ ਦੀ ਕੈਟਾਗਰੀ 'ਚ ਹੈ। ਇਹ ਕਦੀ ਨਾ ਕਦੀ ਖੁਦ ਬੋਲ ਪੈਂਦੇ ਨੇ। ਬੰਦਾ ਦਾਰੂ ਪੀ ਕੇ ਬੋਲ ਪੈਂਦਾ ਕਿ ਮੈਂ ਤੇ ਕਤਲ ਕੀਤਾ ਸੀ, ਮੈਂ ਤੇ ਮਨਦੀਪ ਦੀ ਪ੍ਰਾਪਰਟੀ ਹੜਪ ਕਰ ਲਈ। ਇਹ ਬੋਲਦੇ ਨੇ, ਜੁਰਮ ਬੋਲਦੇ ਜੇ, ਯਾਦ ਰੱਖਣਾ ਜੀ। ਤੇ ਮੁਰਦਿਆਂ 'ਚੋਂ ਵੀ ਬੋਲਦੇ ਨੇ। ਇਸ ਕਰਕੇ ਆਪਣੇ ਭੈਣ ਭਰਾਵਾਂ ਨੂੰ ਦੱਸਦਾ, ਵਕਤ ਜ਼ਰੂਰ ਲੱਗੇਗਾ ਪਰ ਗਲਤ ਕੰਮ ਨਹੀਂ ਕਰਨਾ। ਸਾਡੇ ਇਸ ਪ੍ਰੋਗਰਾਮ ਦਾ ਵੀ ਮੁੱਦਾ ਹੈ ਇੰਡੀਆ 'ਚ ਬੈਠੇ ਭਰਾਵਾਂ ਨੂੰ, ਬਾਹਰ ਬੈਠੇ ਭਰਾਵਾਂ ਨੂੰ, ਹਰ ਬੰਦੇ ਨੂੰ ਜਿਹੜਾ ਵੀ ਇਹ ਪ੍ਰੋਗਰਾਮ ਦੇਖ ਰਿਹਾ ਹੈ,
ਚੰਗਾ ਕੰਮ ਕਰੋ, ਲੀਗਲ ਕੰਮ ਕਰੋ, ਥਿੰਕ ਲੀਗਲ। ਸੋ ਲੀਗਲ ਤਰੀਕੇ ਨਾਲ ਤੁਸੀਂ ਵੀ ਐਡਵਾਈਸ ਲੈ ਸਕਦੇ ਹੋ। ਨੰਬਰ ਸਕਰੀਨ ਦੇ ਉੱਤੇ ਵੀ ਡਿਸਪਲੇ ਹੋ ਰਿਹਾ, ਔਰ ਕਮੈਂਟ ਸੈਕਸ਼ਨ 'ਚ ਤੁਸੀਂ ਆਪਣਾ ਕਮੈਂਟ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡਾ ਇਹ ਸਵਾਲ ਹੈ, ਇਹਦੇ ਉੱਤੇ ਡਿਸਕਸ ਹੋਣਾ ਚਾਹੀਦਾ ਹੈ, ਅਸੀਂ ਚਰਚਾ ਕਰੀਏ, ਤਾਂ ਤੁਸੀਂ ਆਪਣਾ ਸਵਾਲ ਵੀ ਕਾਲ ਕਰਕੇ ਵੀ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਸੋ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਔਰ ਇੰਨਾ ਸਾਰਾ ਸਾਨੂੰ ਗਿਆਨ ਜਿਹੜਾ ਹੈ ਉਹ ਦੇਣ ਵਾਸਤੇ ਬਹੁਤ ਵੱਡਾ ਧੰਨਵਾਦ ਜੀ। ਸੋ ਸਾਡੇ ਦਰਸ਼ਕਾਂ ਨੂੰ ਇਹ ਫੈਸਿਲਿਟੀ ਮੈਨੂੰ ਲੱਗਦਾ ਵੀ ਜ਼ਰੂਰੀ ਹੈ ਮਿਲਣੀ, ਕਿਉਂਕਿ ਜਾਗਰੂਕ ਹੋਵੋਗੇ ਤਾਂ ਹੀ ਤੁਸੀਂ ਆਪਣੇ ਹੱਕਾਂ ਦੇ ਵਾਸਤੇ ਲੜ ਸਕਦੇ। ਕਿਸੇ ਵੇਲੇ ਸਾਡੇ ਭੈਣ ਭਰਾ ਡਰਦੇ ਵਕੀਲਾਂ ਕੋਲ ਨਹੀਂ ਜਾਂਦੇ ਜੀ, ਕਿਉਂਕਿ ਸਟੇਟਸ ਕੋ ਨਹੀਂ ਬਦਲਣਾ ਚਾਹੁੰਦੇ, ਆਪਣੇ ਆਰਾਮ ਨੂੰ ਨਹੀਂ ਬਦਲਣਾ ਚਾਹੁੰਦੇ, ਸ਼ਾਰਟਕਟ ਲੱਭਦੇ ਆ। ਹੁਣ ਮੈਂ ਤੁਹਾਨੂੰ ਇੱਕ ਨਵਾਂ 1 ਮਿੰਟ ਲਵਾਂਗਾ। ਮੈਨੂੰ ਪਰਸੋਂ ਫੋਨ ਆਂਦਾ ਹੈ ਕੈਨੇਡਾ ਤੋਂ ਕਿ ਭਾਜੀ 40 ਸਾਲ ਪਹਿਲਾਂ ਸਾਡਾ ਪਲਾਟ ਸੀ ਤੇ ਥੋੜੀ ਦੂਰੀ ਤੇ ਹੀ ਨੰਬਰਦਾਰ ਦਾ ਪਲਾਟ ਸੀ, ਤੇ ਅਸੀਂ ਆਪਸ ਚ ਪਲਾਟਾਂ ਦਾ ਅਦਲਾ ਬਦਲੀ ਕਰਾਈ। ਠੀਕ ਹੈ। ਕਹਿੰਦੇ ਵੀ ਸਾਡੇ ਮੰਮੀ ਦੱਸਦੇ ਸੀ ਵੀ ਉਹ ਪਲਾਟਾਂ ਦੀ ਅਦਲਾ ਬਦਲੀ ਦੇ ਚੱਕਰ 'ਚ ਕੀ ਕੀਤਾ ਸੀ ਉਸ ਨੰਬਰਦਾਰ ਨੇ ਕਿ ਆਪਣੀਆਂ ਭੈਣਾਂ ਮੇਰੀ ਭੂਆ ਸ਼ੋ ਕਰਕੇ ਖੜੀਆਂ ਕਰਕੇ ਤੇ ਰਜਿਸਟਰੀਆਂ ਬਦਲ ਲਈਆਂ। ਅੱਛਾ। ਉਸ ਨੰਬਰਦਾਰ ਨੇ ਸਾਡੀ ਭੂਆ ਦੇ ਆਈ ਤੇ ਕਹਿੰਦਾ 40 ਸਾਲਾਂ ਬਾਅਦ ਸਾਨੂੰ ਸਾਡੀ ਭੂਆ ਦਾ ਵੀ ਨਹੀਂ ਪਤਾ ਇਸ ਲਈ ਕਿੱਥੇ ਨੇ। ਹੁਣ ਅਸੀਂ ਜੇ ਪਲਾਟ ਵੇਚਣਾ ਚਾਹੁੰਦੇ ਆ ਨਵਾਂ, ਇੱਕ ਤੇ ਉਹ ਪੰਗਾ ਪੈ ਰਿਹਾ, ਇੱਕ ਉਹ ਭੂਆ ਨਹੀਂ ਲੱਭਦੀਆਂ ਪਈਆਂ ਵੀ ਦੱਸੋ ਪਲਾਟ ਕਿਵੇਂ ਵੇਚੀ। ਹੁਣ ਦੱਸੋ 40 ਸਾਲਾਂ ਬਾਅਦ ਮੁੱਦਾ ਖੜਾ ਹੋ ਗਿਆ। ਇਹੋ ਹੀ ਜੇ ਤੁਸੀਂ ਪਹਿਲੇ ਦਿਨ ਤੋਂ ਤਰੀਕੇ ਨਾਲ ਵਕੀਲ ਸਾਹਿਬ ਦੀ ਸਲਾਹ ਲੈ ਕੇ ਕੰਮ ਕੀਤਾ ਹੁੰਦਾ ਤੇ ਤੁਸੀਂ ਆਪਣੀਆਂ ਜੜ੍ਹਾਂ 'ਚ ਤੇਲ ਨਹੀਂ ਸੀ ਪਾ ਕੇ ਜਾਣਾ, ਆਪਣੇ ਬੱਚਿਆਂ ਲਈ ਕੰਡੇ ਨਹੀਂ ਸੀ ਬੀਜਣੇ। ਤੁਹਾਡੇ ਉਹ ਪ੍ਰੋਗਰਾਮ ਅੱਜ ਵੀ ਜਿਹੜੇ ਨੌਜਵਾਨ ਨੇ ਇਹ ਧਿਆਨ ਰੱਖਣ, ਅਸੀਂ ਤੁਹਾਨੂੰ ਸਹੀ ਰਾਏ ਦੇਵਾਂਗੇ, ਸਹੀ ਤਰੀਕੇ ਨਾਲ ਚੱਲੋ ਤਾਂ ਕਿ ਤੁਹਾਡੇ ਬੱਚੇ ਅੱਗੋਂ ਤੁਹਾਡੀਆਂ ਕਮਾਈਆਂ ਨੂੰ ਇੰਜੋਏ ਕਰ ਸਕਣ, ਨਾ ਕਿ ਉਹ ਸਿਆਪਿਆਂ 'ਚ ਪੈ ਕੇ ਆਪਣੀਆਂ ਤਰੱਕੀਆਂ ਰੋੜ ਲੈਣ। ਬਿਲਕੁਲ, ਇਹ ਬੜੀ ਵੱਡੀ ਗੱਲ ਕਹੀ ਬੜਾ ਵੱਡਾ ਸੁਨੇਹਾ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਤੇ ਅਗਲੀ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ ਵੱਖ-ਵੱਖ ਤਰੀਕੇ ਦੇ ਸਵਾਲ ਲੈ ਕੇ। ਸਵਾਲ ਸਾਡੇ ਇਹੀ ਰਹਿਣਗੇ ਕਿ ਕਿਸ ਤਰੀਕੇ ਦੇ ਨਾਲ ਲਾਅ ਦੇ ਤਰੀਕੇ ਦੇ ਨਾਲ, ਕਾਨੂੰਨਨ ਤਰੀਕੇ ਨਾਲ ਤੁਸੀਂ ਆਪਣੇ ਹੱਕ ਜਿਹੜੇ ਆ ਉਹ ਲੈ ਸਕਦੇ ਹੋ। ਸੋ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਧੰਨਵਾਦ ਤੁਹਾਡਾ ਰਜੇਵ ਸਾਨੂੰ ਸਮਾਂ ਦੇਣ ਲਈ। ਥੈਂਕ ਯੂ। ਸਤਿ ਸ੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ। ਸਾਨੂੰ ਯਾਦ ਕਰਦੇ ਰਹੋ, ਕੋਈ ਸਵਾਲ ਹੋਏ ਤਾਂ ਪੁੱਛਦੇ ਰਹੋ ਜੀ। ਸਤਿ ਸ੍ਰੀ ਅਕਾਲ।